ਸਤਿ ਸ਼੍ਰੀ ਅਕਾਲ। ਮੁੱਦਾ ਗਰਮ ਹੈ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗਗਨ ਬੇਦੀ। ਅੱਜ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹਾਦਤ ਦਾ ਦਿਨ ਹੈ ਔਰ ਥਾਂ-ਥਾਂ ਤੇ ਸਮਾਗਮ ਕਰਵਾਏ ਗਏ ਨੇ, ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਨੇ। ਪਰ ਸਵਾਲ ਵੱਡਾ ਇਹ ਹੈ ਕਿ ਲੰਮੇ ਸਮੇਂ ਤੋਂ ਦਿਨ ਤਾਂ ਮਨਾ ਲਏ ਜਾਂਦੇ ਨੇ, ਚਾਹੇ ਉਹ ਸ਼ਹਾਦਤ ਦਾ ਦਿਨ ਹੋਵੇ, ਚਾਹੇ ਜਨਮ ਦਿਹਾੜਾ ਹੋਵੇ। ਕੀ ਸ਼ਹੀਦਾਂ ਦੀ ਸੋਚ ਤੇ ਸੱਚੀ ਨੌਜਵਾਨੀ ਪਹਿਰਾ ਦੇ ਰਹੀ ਹੈ ਜਾਂ ਰਾਜਨੀਤਿਕ ਆਗੂ ਪਹਿਰਾ ਦੇ ਰਹੇ ਨੇ? ਇਹਦੇ ਮੁਤਲਕ ਗੱਲਬਾਤ ਕਰਾਂਗੇ। ਕਿੱਧਰ ਨੂੰ ਨੌਜਵਾਨੀ ਜਾ ਰਹੀ ਹੈ? ਵਿਚਾਰਧਾਰਾ ਸੀ ਜਿਹੜੀ ਸ਼ਹੀਦਾਂ ਦੀ ਜਾਂ ਜੋ ਆਈਡੀਓਲੋਜੀ ਸੀ ਜਿਸ ਨੂੰ ਲੈ ਕੇ ਉਹ ਚੱਲਦੇ ਸੀ ਕਿ ਦੇਸ਼ ਇੱਦਾਂ ਦਾ ਹੋਣਾ ਚਾਹੀਦਾ, ਉਹ ਤੋਂ ਕਿਉਂ ਵਿਸਰ ਗਏ ਨੇ ਨੌਜਵਾਨ? ਇਹਦੇ ਮੁਤਲਕ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤੁਹਾਡਾ ਪੈਨਲ ਦੇ ਨਾਲ ਤਾਰੁਫ ਕਰਾ ਦਿੰਦਾ। ਮੇਰੇ ਨਾਲ ਕਮਲਜੀਤ ਸਿੰਘ ਗਰੇਵਾਲ ਨੇ, ਲੇਖਕ ਤੇ ਗਾਇਕ ਨੇ। ਪ੍ਰਭਜੋਤ ਸਿੰਘ ਧਾਲੀਵਾਲ ਨੇ, ਨੌਜਵਾਨ ਆਗੂ ਨੇ। ਗੁਰਨੂਰ ਨੇ, ਕੋਮਲ ਗੁਰਨੂਰ ਸਿੰਘ ਨੇ ਸਾਡੇ ਨਾਲ, ਨੌਜਵਾਨ ਆਗੂ ਨੇ। ਤੇ ਪ੍ਰੋਫੈਸਰ ਸਾਡੇ ਨਾਲ ਪ੍ਰਿੰਸੀਪਲ ਕੁਲਦੀਪ ਸਿੰਘ ਕਲਸੀ ਨੇ, ਸਮਾਜਿਕ ਮਾਮਲਿਆਂ ਦੇ ਮਾਹਰ ਨੇ। ਸਵਾਗਤ ਹੈ ਜੀ ਸਾਰੇ ਮਹਿਮਾਨਾਂ ਦਾ। ਕਲਸੀ ਸਾਹਿਬ, ਪਹਿਲਾ ਸਵਾਲ ਤੁਹਾਡੇ ਤੋਂ ਹੀ ਲੈਂਦੇ ਆ। ਦਿਨ ਤਾਂ ਮਨਾ ਲਏ ਜਾਂਦੇ ਨੇ, ਸ਼ਹੀਦਾਂ ਦੇ ਦਿਨ ਮਨਾਏ ਜਾਂਦੇ ਨੇ, ਔਰ ਜੇ ਆਈਡੀਓਲੋਜੀ ਤੇ ਚੱਲਣ ਦੀ ਗੱਲ ਹੋਵੇ ਤਾਂ ਉਹ ਤੋਂ ਬਹੁਤ ਦੂਰ ਹੋ ਗਏ ਨੌਜਵਾਨ। ਚਾਹੇ ਉਹ ਤੁਸੀਂ ਦੇਖੋ ਨਸ਼ੇ ਕਿੰਨੇ ਭਾਰੂ ਹੋ ਗਏ, ਬਹੁਤ ਤਰ੍ਹਾਂ ਦੀਆਂ ਚੀਜ਼ਾਂ ਨੇ। ਹਾਂ ਗਗਨ ਜੀ, ਤੁਸੀਂ ਠੀਕ ਫਰਮਾ ਰਹੇ ਹੋ ਕਿ ਅਸੀਂ ਰਿਚੁਅਲਿਜ਼ਮ ਜਿਹਨੂੰ ਕਹਿੰਦੇ ਅਸੀਂ ਰਸਮਾਂ ਰਿਵਾਜਾਂ 'ਚ, ਇਹਨਾਂ 'ਚ ਅਸੀਂ ਜ਼ਿਆਦਾ ਦਿਖਾਵੇਪਣ ਦੇ ਵਿੱਚ ਜ਼ਿਆਦਾ ਅਸੀਂ ਵੜ ਗਏ ਹਾਂ, ਜਿਹਨੂੰ ਅਸੀਂ ਪੰਡਤਾਊਪੁਣਾ ਕਹਿੰਦੇ ਹਾਂ। ਸਿੱਖੀ ਵਿੱਚ ਵੀ ਦੇਖਣ ਨੂੰ ਮਿਲਦਾ ਹੈ ਤੇ ਸਾਡੇ ਵੈਸੇ ਪੰਜਾਬੀਆਂ 'ਚ ਵੀ ਸਾਨੂੰ ਕਾਫੀ ਜ਼ਿਆਦਾ ਭਾਰੂ ਹੋ ਗਿਆ ਸਾਡੇ ਤੇ। ਅਸੀਂ ਜਿਸ ਸ਼ਖਸੀਅਤ ਜਿਹਦਾ ਬਹੁਤ ਵੱਡੀ ਸ਼ਹਾਦਤ ਹੈ ਉਹਨੂੰ ਸ਼ਹੀਦਾਂ ਦੇ ਸਰਤਾਜ ਜਾਂ ਸ਼ਹੀਦ ਆਜ਼ਮ ਤਾਂ ਕਹਿੰਦੇ ਆ, ਪਰ ਉਹਦੀ ਵਿਚਾਰਧਾਰਾ, ਉਹਦਾ ਫਲਸਫਾ, ਉਹ ਕਿਹੜੀ ਸੋਚ ਨੂੰ ਲੈ ਕੇ ਕੀ ਕੰਮ ਕਰ ਰਹੇ ਸੀ, ਉਹਨਾਂ ਦੇ ਪਿੱਛੇ ਅਸੀਂ ਸ਼ਾਇਦ ਨਹੀਂ ਜਾ ਰਹੇ। ਅਸੀਂ ਬਹੁਤ ਕੁਝ ਜੋ ਉਹਨਾਂ ਦੇ ਬੇਸਿਕਲੀ, ਮੈਂ ਨਾ ਗਗਨ ਜੀ, ਜਦੋਂ ਹਿਸਟਰੀ ਦੇ ਵਿੱਚ ਅਸੀਂ ਹੀਰੋਇਜ਼ਮ ਨੂੰ ਕੰਸਟਰਕਟ ਕਰਦੇ ਆ ਨਾ, ਤਾਂ ਹਿਸਟਰੀ ਦੇ ਵਿੱਚ ਇੱਕ ਉਹਨੂੰ ਕਹਿੰਦੇ ਅਸੀਂ ਮਿਥੀਫਿਕੇਸ਼ਨ ਆਫ ਫੈਕਟਸ। ਜਿਹੜੇ ਫੈਕਟਸ ਨੇ ਉਹਨਾਂ ਦਾ ਇੱਕ ਮਿਥ ਕ੍ਰੀਏਟ ਕੀਤਾ ਜਾਂਦਾ ਹੈ। ਭਗਤ ਸਿੰਘ ਦਾ ਜੋ ਮਿਥ ਕ੍ਰੀਏਟ ਹੋਇਆ ਹੈਗਾ ਇੱਕ ਸ਼ਹਾਦਤ ਦੇ ਰੂਪ ਵਿੱਚ, ਇੱਕ ਉਹ ਬੰਦੂਕਾਂ ਵਾਲਾ, ਬੰਬਾਂ ਵਾਲਾ, ਜਾਂ ਜੇ ਰਿਵਾਲਵਰ ਫੜੇ ਵਾਲਾ, ਟੋਪੀ ਲਈ ਵਾਲਾ, ਹੈ ਨਾ, ਮਤਲਬ ਉਹਨੂੰ ਇੱਕ ਇਸ ਤਰ੍ਹਾਂ ਦਾ ਸੋਚ, ਅਸੀਂ ਇੱਦਾਂ ਦਾ ਇੱਕ ਬਿੰਬ ਕ੍ਰੀਏਟ ਕਰ ਲਿਆ ਆਪਣੇ ਵਿੱਚ ਕਿ ਜਿਹੜੀ ਉਹਦੀ ਵਾਸਤਵਿਕ ਰੂਪ ਵਿੱਚ ਉਹਦੀ ਆਈਡੀਓਲੋਜੀ ਸੀ, ਉਹਦੀ ਸੋਚ ਸੀ, ਉਸ ਨੂੰ ਅਸੀਂ ਬਿਲਕੁਲ ਭੁਲਾ ਦਿੱਤਾ ਹੈਗਾ। ਜਿਹਦੇ ਕਰਕੇ ਅਸੀਂ ਉਹਦੀ ਸੋਚ ਉੱਪਰ ਨਾ ਤਾਂ ਜਿਸ ਤਰ੍ਹਾਂ ਦਾ ਸਮਾਜ ਭਗਤ ਸਿੰਘ ਜਿਹਦੇ ਲਈ ਉਹਨੇ ਸ਼ਹਾਦਤ ਦਿੱਤੀ, ਕਿਸ ਤਰ੍ਹਾਂ ਦਾ ਭਾਰਤ ਚਾਹੁੰਦਾ ਸੀ, ਕਿਸ ਤਰ੍ਹਾਂ ਦਾ ਸਮਾਜ ਚਾਹੁੰਦਾ ਸੀ, ਉਸ ਨੂੰ ਅਸੀਂ ਬਿਲਕੁਲ ਹੀ ਅਣਗੌਲਿਆ ਕਰ ਦਿੱਤਾ। ਵੈਸੇ ਰਿਚੁਅਲਿਸਟਿਕ ਹੋ ਕੇ ਅਸੀਂ ਅੱਜ ਦਿਨ ਮਨਾ ਰਹੇ ਹਾਂ, ਛੁੱਟੀ ਕਰ ਦਿੱਤੀ ਹੈ, ਅਸੀਂ ਜਾ ਕੇ ਉੱਥੇ ਸਹੁੰ ਚੱਕ ਲਈ ਹੈਗੀ ਹੈ। ਮਤਲਬ ਇਹ ਗੱਲਾਂ ਸਾਰੀਆਂ ਨੇ, ਮੈਨੂੰ ਲੱਗਦਾ ਕਿ ਉਹ ਉਸ ਦੀ ਸੋਚ ਤੋਂ ਕਿਤੇ ਦੂਰ ਨੇ। ਚਲੋ ਠੀਕ ਹੈ, ਜਿਹੜੀ ਸੋਚ ਨੂੰ ਰੈਕਰ ਠੀਕ ਹੈ। ਕੋਮਲ ਗੁਰਨੂਰ ਨੇ, ਕੋਮਲ, ਦਿਨ ਮਨਾ ਲਏ ਜਾਂਦੇ ਨੇ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ, ਮੈਨੂੰ ਲੱਗਦਾ ਕਿ ਪਰ ਇੱਕ ਛੁੱਟੀ ਤੱਕ ਸੀਮਤ ਹੋ ਕੇ ਰਹਿ ਗਏ ਇਹ ਦਿਨ। ਗਗਨ ਜੀ ਦੇਖੋ, ਸਭ ਤੋਂ ਪਹਿਲਾਂ ਤਾਂ ਸਾਨੂੰ ਜਿਹੜਾ ਸਿੱਖਿਆ ਹੈ ਨਾ, ਉਹਦੇ ਵੱਲ ਸੁਧਾਰ ਕਰਨ ਦੀ ਲੋੜ ਹੈ। ਜਦੋਂ ਤੱਕ ਆਪਾਂ ਆਪਣੇ ਬੱਚਿਆਂ ਨੂੰ ਆਪਣੇ ਸ਼ਹੀਦਾਂ ਦੇ ਇਤਿਹਾਸ ਬਾਰੇ ਨਹੀਂ ਦੱਸਾਂਗੇ, ਉਹਨਾਂ ਦੀ ਕੰਟਰੀਬਿਊਸ਼ਨ ਬਾਰੇ ਨਹੀਂ ਦੱਸਾਂਗੇ, ਪਲੱਸ ਉਹਨਾਂ ਦੀ ਸੋਚ ਬਾਰੇ ਜਦੋਂ ਤੱਕ ਨਹੀਂ ਦੱਸਾਂਗੇ ਨਾ, ਉਦੋਂ ਤੱਕ ਆਪਾਂ ਇਹ ਦਿਹਾੜੇ ਮਨਾਉਣ ਦਾ ਮੈਨੂੰ ਲੱਗਦਾ ਕੋਈ ਫਾਇਦਾ ਨਹੀਂ। ਪਹਿਲੇ ਆਪਾਂ ਨੂੰ ਨੌਜਵਾਨ ਸਪੈਸ਼ਲੀ ਉਹਨਾਂ ਦੇ ਅੰਦਰ ਇਹ ਗੱਲਾਂ ਪਾਣੀਆਂ ਪੈਣੀਆਂ ਕਿ ਸਾਡੇ ਸ਼ਹੀਦਾਂ ਦੀ ਸੋਚ ਕੀ ਸੀ। ਕਿਉਂਕਿ ਅੱਜ ਸਾਡਾ ਜਿਹੜਾ ਨੌਜਵਾਨ ਹੈ ਨਾ ਜੀ, ਉਹ ਡੀਰੇਲ ਹੋਇਆ ਕਿਤੇ ਨਾ ਕਿਤੇ, ਬੜੀ ਵੱਡੀ ਗਿਣਤੀ 'ਚ ਡੀਰੇਲ ਹੋਇਆ। ਨੋ ਡਾਊਟ ਬੜੇ ਸੁਚੇਤ ਹੈਗੇ ਨੇ ਨੌਜਵਾਨ ਜਿਹੜੇ ਭਗਤ ਸਿੰਘ ਉਹਨਾਂ ਦੀ ਸੋਚ ਨੂੰ ਫੋਲੋ ਕਰਦੇ ਆ, ਹਨਾ, ਪਰ ਬੜੀ ਵੱਡੀ ਗਿਣਤੀ 'ਚ ਨੌਜਵਾਨ ਉਹ ਵੀ ਹੈਗੇ ਨੇ ਕਿ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਸਾਡੇ ਸ਼ਹੀਦਾਂ ਦੀ ਸੋਚ ਕੀ ਸੀ, ਜਿਹੜੀ ਉਹਨਾਂ ਨੇ ਲੜਾਈ ਲੜੀ, ਜਿਹੜਾ ਉਹਨਾਂ ਨੇ ਸੰਘਰਸ਼ ਕੀਤਾ, ਸਾਨੂੰ ਉਹਦੇ ਬਾਰੇ ਦੱਸਣ ਦੀ ਲੋੜ ਹੈ। ਤੇ ਅਸੀਂ ਉਮੀਦ ਹੀ ਕਰ ਸਕਦੇ ਹਾਂ। ਦੇਖੋ, ਇਹਦੇ 'ਚ ਸਭ ਤੋਂ ਵੱਡਾ ਜੇ ਰੋਲ ਹੁੰਦਾ ਨਾ, ਇਹ ਸਰਕਾਰਾਂ ਦਾ ਹੁੰਦਾ। ਜਦੋਂ ਤੱਕ ਸਰਕਾਰ ਆਪਣਾ ਸਿਸਟਮ ਠੀਕ ਨਹੀਂ ਕਰਦੀ, ਨੌਜਵਾਨਾਂ ਨੂੰ ਜਾਗਰੂਕ ਨਹੀਂ ਕਰਦੀ, ਨੌਜਵਾਨਾਂ ਨੂੰ ਨੌਲੇਜ ਪ੍ਰੋਵਾਈਡ ਨਹੀਂ ਕਰਦੀ, ਉਦੋਂ ਤੱਕ ਬਦਲਾਵ ਨਹੀਂ ਆ ਸਕਦਾ। ਤੇ ਅਸੀਂ ਉਮੀਦ ਹੀ ਕਰਦੇ ਹਾਂ ਕਿ ਜਿਹੜੀ ਹੁਣ ਨਵੀਂ ਸਰਕਾਰ ਆਈ ਹੈ, ਕਿਰਪਾ ਕਰਕੇ ਸਾਡੇ ਜਿਹੜੇ ਨੌਜਵਾਨ ਨੇ, ਬੱਚੇ ਨੇ, ਉਹਨਾਂ ਨੂੰ ਸ਼ਹੀਦੀ ਦੀ ਐਗਜ਼ੈਕਟ ਹਿਸਟਰੀ ਦੱਸੀ ਜਾਵੇ ਕਿ ਉਹਨਾਂ ਦੀ ਐਗਜ਼ੈਕਟ ਸੋਚ ਕੀ ਸੀ। ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਸਰਕਾਰਾਂ ਆਪਣੇ ਹਿਸਾਬ ਨਾਲ ਤੋੜ ਮਰੋੜ ਕੇ ਵੀ ਪੇਸ਼ ਕੀਤਾ ਜਾਂਦਾ ਕਈ ਵਾਰੀ ਕਿਸੇ ਬੜੇ ਕਿਰਦਾਰਾਂ ਨੂੰ। ਆਪਾਂ ਨੂੰ ਐਗਜ਼ੈਕਟ ਹਿਸਟਰੀ ਦੱਸਣ ਦੀ ਲੋੜ ਹੈ। ਸਪੈਸ਼ਲੀ ਭਗਤ ਸਿੰਘ, ਰਾਜਗੁਰੂ, ਸੁਖਦੇਵ, ਉਹਨਾਂ ਬਾਰੇ ਦੱਸਣਾ ਬਹੁਤ ਜ਼ਰੂਰੀ ਹੈ। ਕਿਉਂਕਿ ਉਹਨਾਂ ਨੇ ਦੇਖੋ ਕਿੰਨੀ ਯੰਗ ਉਮਰ 'ਚ ਸ਼ਹਾਦਤ ਦਿੱਤੀ ਦੇਸ਼ ਨੂੰ ਆਜ਼ਾਦ ਕਰਾਉਣ ਲਈ। ਗੱਲ ਸਿਰਫ ਅੰਗਰੇਜ਼ਾਂ ਤੋਂ ਆਜ਼ਾਦੀ ਦੀ ਨਹੀਂ ਸੀ, ਗੱਲ ਸੀ ਕਿ ਜਿਹੜਾ
ਲੋਕਾਂ ਨੂੰ ਗੁਲਾਮ ਬਣਾਇਆ ਜਾ ਰਿਹਾ ਸੀ ਨਾ, ਉਹ ਗੁਲਾਮੀ ਤੋਂ ਆਜ਼ਾਦੀ ਦੀ ਗੱਲ ਸੀ। ਉਹ ਇਹ ਚਾਹੁੰਦੇ ਸੀ ਕਿ ਸਾਰੇ ਵਰਗ ਦੇ ਲੋਕਾਂ ਨੂੰ ਬਰਾਬਰ ਦਾ ਹੱਕ ਮਿਲੇ। ਜਿਹੜਾ ਇੱਕ ਡਿਫਰੈਂਸ ਸੀ ਨਾ, ਅਮੀਰ ਅਮੀਰ ਹੋ ਰਿਹਾ ਸੀ, ਗਰੀਬ ਗਰੀਬ ਹੋ ਰਿਹਾ ਸੀ, ਤੇ ਅਮੀਰ ਗਰੀਬਾਂ ਨੂੰ ਗੁਲਾਮ ਬਣਾ ਲੈਂਦੇ ਸੀ। ਉਹਨਾਂ ਦੀ ਲੜਾਈ ਉਹ ਸੀ ਕਿ ਆਪਾਂ ਇਹ ਫਰਕ ਖਤਮ ਕਰਨਾ ਤੇ ਸਾਰਿਆਂ ਨੂੰ ਬਰਾਬਰ ਦਾ ਹੱਕ ਮਿਲੇ। ਤੇ ਉਮੀਦ ਕਰਦੇ ਆ ਜੇ ਇਹਦੇ 'ਚ ਜੇ ਕੋਈ ਰੋਲ ਪਲੇ ਕਰ ਸਕਦਾ ਤਾਂ ਸਿਰਫ ਤੇ ਸਿਰਫ ਸਰਕਾਰਾਂ ਨੇ। ਤਾਂ ਬਿਲਕੁਲ ਠੀਕ ਹੈ। ਅੱਛਾ ਤਾਲੀਬਾਨ, ਤੁਸੀਂ ਕੀ ਸੋਚਦੇ ਹੋ? ਸਰਕਾਰਾਂ ਦਾ ਬਹੁਤ ਵੱਡਾ ਰੋਲ ਰਹਿ ਸਕਦਾ ਕਿਉਂਕਿ ਨੌਜਵਾਨੀ ਤੱਕ ਗੱਲ ਪਹੁੰਚਾਉਣੀ, ਕਿਉਂਕਿ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਸਰਕਾਰਾਂ ਦੇ ਕੋਲ ਹੁੰਦੀਆਂ ਨੇ ਔਰ ਲੱਗਦਾ ਕਿ ਕੰਮ ਹੋਇਆ ਇਸ ਪਾਸੇ, ਕਿਉਂਕਿ ਬਹੁਤਿਆਂ ਨੂੰ ਤਾਂ ਮੈਨੂੰ ਲੱਗਦਾ ਕਿ ਨਹੀਂ ਪਤਾ, ਰਾਜਨੀਤਿਕ ਆਗੂਆਂ ਨੂੰ ਵੀ ਨਹੀਂ ਪਤਾ ਸ਼ਹੀਦਾਂ ਦੀਆਂ ਜਨਮ ਤਰੀਕਾਂ ਬਾਰੇ। ਚਲੋ ਇਹਦੇ ਬਾਰੇ ਵੀ ਨਾ ਹੋਵੇ, ਉਹਨਾਂ ਦੀ ਆਈਡੀਓਲੋਜੀ ਤੱਕ ਤਾਂ ਪਹੁੰਚਣਾ ਚਾਹੀਦਾ। ਬਿਲਕੁਲ ਬੇਦੀ ਸਾਹਿਬ, ਜਿੱਥੇ ਪਹਿਲਾਂ ਤਾਂ ਅੱਜ ਦੇ ਦਿਹਾੜੇ 'ਚ ਜਿਹੜੇ ਸਾਡੇ ਸ਼ਹੀਦ ਸੀ ਭਗਤ ਸਿੰਘ, ਰਾਜਗੁਰੂ ਸੁਖਦੇਵ, ਅਸੀਂ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰਦੇ ਹਾਂ, ਕਿਉਂਕਿ ਅੱਜ ਜੇ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਤਾਂ ਉਹਨਾਂ ਦੀ ਸ਼ਹਾਦਤਾਂ ਕਰਕੇ ਮਾਣ ਰਹੇ ਹਾਂ। ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ, ਜੋ ਅੱਜ ਸਾਨੂੰ ਆਜ਼ਾਦੀ ਮਿਲੀ ਹੋਈ ਆ, ਅੱਜ ਅਸੀਂ ਇਹ ਚੀਜ਼ ਸਮਝ ਨਹੀਂ ਸਕਦੇ ਵੀ ਇਹ ਆਜ਼ਾਦੀ ਕਿੰਨੀ ਔਖੀ ਮਿਲੀ ਆ, ਕਿਉਂਕਿ ਜਿਵੇਂ ਜਿਵੇਂ ਸਮਾਂ ਬੀਤੀ ਜਾਂਦਾ ਆਪਾਂ ਪੁਰਾਣੀਆਂ ਚੀਜ਼ਾਂ ਭੁੱਲੀ ਜਾਂਦੇ ਆ। ਅੱਜ ਕੱਲ੍ਹ ਲੋਕਾਂ ਦੀ ਮੈਮਰੀ ਬੜੀ ਸ਼ਾਰਟ ਟੈਂਪਰ ਹੋ ਗਈ। ਇਹ ਜਿੱਥੇ ਤਾਂ ਅੱਜ ਦੇ ਸਮੇਂ ਦੇ ਵਿੱਚ ਸਾਡੇ ਰੋਲ ਮਾਡਲ ਇੱਦਾਂ ਦੇ ਹੋਣੇ ਚਾਹੀਦੇ ਸੀ, ਸ਼ਹੀਦ ਭਗਤ ਸਿੰਘ ਵਰਗੇ, ਜਿਨ੍ਹਾਂ ਨੇ ਸਾਡੇ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ। ਤੇ ਅੱਜ ਤੁਸੀਂ ਜੇ ਦੇਖੋਗੇ ਨੌਜਵਾਨਾਂ ਦੇ ਰੋਲ ਮਾਡਲ ਮੇਰੇ ਤੋਂ ਬਿਹਤਰ ਤੁਸੀਂ ਜਾਣਦੇ ਹੋ, ਕਿਸੇ ਦੇ ਕੋਈ ਸਿੰਗਰ ਆ ਜਾਂ ਕਿਸੇ ਦੇ ਕੋਈ ਹੀਰੋ ਆ ਰੋਲ ਮਾਡਲ। ਇਹ ਚੀਜ਼ਾਂ ਸਿਖਾਉਣੀਆਂ ਨੌਜਵਾਨਾਂ ਨੂੰ ਬਚਪਨ 'ਚ, ਕਹਿੰਦੇ ਜੋ ਪੜ੍ਹਾਇਆ ਜਾਵੇ। ਮੈਂ ਪ੍ਰੋਫੈਸਰ ਸਾਹਿਬ ਦੀ ਗੱਲ ਨਾਲ ਬਹੁਤ ਇਤਫਾਕ ਰੱਖਦਾ ਵੀ ਪੜ੍ਹਾਈ ਦਾ ਬਹੁਤ ਵੱਡਾ ਰੋਲ ਹੁੰਦਾ। ਜੇ ਆਪਾਂ ਬਚਪਨ 'ਚ ਉਹਨਾਂ ਦੀ ਕਿਤਾਬਾਂ ਦੇ ਵਿੱਚ, ਉਹਨਾਂ ਨੂੰ ਕਲਾਸਾਂ ਦੇ ਵਿੱਚ ਜੇ ਆਪਾਂ ਪੜ੍ਹਾਈਏ, ਫਿਰ ਕੁਝ ਇੱਦਾਂ ਦੀ ਅੱਜ ਕੱਲ੍ਹ ਇਲੈਕਟ੍ਰੋਨਿਕ ਯੁੱਗ ਆ, YouTube ਜਾਂ TV ਜਾਂ ਫਿਲਮਾਂ ਇੱਦਾਂ ਦੀਆਂ ਬਣਨ ਜੋ ਉਹਨਾਂ ਦਾ ਸੋਚ ਨੂੰ ਉਜਾਗਰ ਕਰਨ, ਲੋਕਾਂ ਤੱਕ ਲੈ ਕੇ ਜਾਣ, ਉਸ ਗੱਲ ਦਾ ਬੜਾ ਬੈਨੀਫਿਟ ਹੁੰਦਾ। ਕਿਤੇ ਨਾ ਕਿਤੇ ਇਸ ਗੱਲ 'ਚ ਕੋਈ ਸ਼ੱਕ ਨਹੀਂ ਗਾ ਵੀ ਸਰਕਾਰਾਂ ਜਾਂ ਸਾਡਾ ਸਿਸਟਮ ਜਾਂ ਸਾਡਾ ਜੋ ਐਜੂਕੇਸ਼ਨ ਸਿਸਟਮ ਵੀ ਆ, ਨੌਜਵਾਨਾਂ ਦੇ ਦਿਮਾਗ ਦੇ ਉੱਤੇ ਆ, ਨੌਜਵਾਨਾਂ ਦੇ ਦਿਲਾਂ ਦੇ ਤੱਕ ਇਹਨਾਂ ਦੀ ਸੋਚ ਨੂੰ ਲੈ ਕੇ ਜਾਣ, ਸਾਡੇ ਸ਼ਹੀਦਾਂ ਦੀ ਸੋਚ ਨੂੰ ਲੈ ਕੇ ਜਾਣ 'ਚ ਕਿਤੇ ਨਾ ਕਿਤੇ ਅਸਫਲ ਰਹੇ ਆ। ਸਰਕਾਰਾਂ ਤਾਂ ਜਿੱਥੇ ਕਸੂਰਵਾਰ ਹੈਗੇ ਆ, ਸਾਡਾ ਆਪਦਾ ਆਲਾ ਦੁਆਲਾ, ਸਾਡੀ ਆਪਦੀ ਸੋਚ ਵੀ, ਬਿਲਕੁਲ ਸੁਸਾਇਟੀ ਵੀ ਇਹਦੇ ਵਿੱਚ ਮੈਂ ਕਹਿੰਦਾ ਵੀ ਬਰਾਬਰ ਯੋਗਦਾਨ ਪਾਉਂਦੀ ਹੈ, ਕਿਉਂਕਿ ਕਿਸੇ ਵੀ ਚੀਜ਼ ਨੂੰ ਪ੍ਰਮੋਟ ਕਰਨਾ ਸੁਸਾਇਟੀ ਦਾ ਵੀ ਬਹੁਤ ਵੱਡਾ ਹੱਥ ਹੁੰਦਾ ਕਿਸੇ ਚੀਜ਼ ਨੂੰ ਪ੍ਰਮੋਟ ਕਰਨ ਵਾਸਤੇ। ਕਿਉਂਕਿ ਜੋ ਚੀਜ਼ ਦਿਖਦੀ ਆ ਜਾਂ ਜਿਸ ਚੀਜ਼ ਨੂੰ ਲੋਕ ਜ਼ਿਆਦਾ ਫੋਲੋ ਕਰਦੇ ਆ ਤਾਂ ਲੋਕ ਨੌਜਵਾਨ ਉਧਰ ਲੱਗਦੇ ਆ। ਸਮਾਜ ਦੀ ਵੀ ਨਾਕਾਮੀ ਕਹਿ ਸਕਦੇ ਆ, ਸਮਾਜ ਨੂੰ ਇਹ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ, ਜੋ ਕਿਤੇ ਨਾ ਕਿਤੇ ਆਪਾਂ ਪਿੱਛੇ ਰਹਿ ਜਾਂਦੇ ਆ। ਸਿਰਫ ਦਿਨ ਆ ਜਾਂਦਾ ਜਿਵੇਂ ਛੁੱਟੀ, ਸ਼ਲਾਘਾਯੋਗ ਫੈਸਲਾ ਵੀ ਛੁੱਟੀ ਕੀਤੀ ਗਈ ਆ, ਪਰ ਛੁੱਟੀ ਦੇ ਨਾਲ ਨਾਲ ਅੱਜ ਦੇ ਸਾਰੇ ਦਿਨ ਉਹਨਾਂ ਦੇ TV ਤੇ ਪ੍ਰੋਗਰਾਮ ਜਾਂ ਸਾਰੇ ਪਾਸੇ ਪ੍ਰੋਗਰਾਮਸ ਵੀ ਚੱਲਣੇ ਚਾਹੀਦੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ, ਨੌਜਵਾਨ ਬੱਚਿਆਂ ਨੂੰ ਵੀ ਕਿਸ ਤਰੀਕੇ ਦੀ ਉਹਨਾਂ ਨੇ ਸ਼ਹਾਦਤ ਦਿੱਤੀ ਆ, ਕਿਵੇਂ ਕਿਵੇਂ ਇੱਥੇ ਪਹੁੰਚੇ, ਉਹਨਾਂ ਦਾ ਪਰਿਵਾਰ ਸੀ, ਬੱਚੇ ਸੀ ਜਾਂ ਜੋ ਉਹਨਾਂ ਦੇ ਬਜ਼ੁਰਗ ਸੀ, ਸਾਰਿਆਂ ਨੂੰ ਛੱਡ ਕੇ ਕਿਵੇਂ ਉਹ ਦੇਸ਼ ਵਾਸਤੇ ਸੂਲੀ ਤੇ ਚੜ੍ਹ ਗਏ। ਠੀਕ ਹੈ। ਕਰਮਜੀਤ ਨੇ ਸਾਡੇ ਨਾਲ। ਕਰਮਜੀਤ ਲੇਖਕ ਵੀ ਨੇ, ਗਾਇਕ ਵੀ ਨੇ ਔਰ ਖਾਸ ਤੌਰ ਤੇ ਛੋਟੇ ਬੱਚਿਆਂ ਦੇ ਲਈ ਬਹੁਤ ਤਰ੍ਹਾਂ ਦੇ ਉਪਰਾਲੇ ਕਰਦੇ ਰਹਿੰਦੇ। ਕਰਮਜੀਤ, ਤੁਸੀਂ ਤਾਂ ਜ਼ਿਆਦਾ ਰਿਲੇਟ ਕਰਦੇ ਹੋ, ਨਿੱਕੇ ਬੱਚਿਆਂ ਨੂੰ ਕਿੰਨਾ ਕੁ ਦੱਸਿਆ ਜਾ ਰਿਹਾ ਸ਼ਹੀਦਾਂ ਦੇ ਬਾਰੇ? ਤੁਸੀਂ ਆਪਣੇ ਪੱਧਰ ਤੇ ਜਿਹੜੇ ਉਪਰਾਲੇ ਨੇ ਉਹਨਾਂ ਦੀ ਗੱਲ ਨਹੀਂ ਕਰਦੇ ਜਾਂ ਆਮ ਸਕੂਲਾਂ ਦੇ ਵਿੱਚ? ਗੱਲ ਇਦਾਂ ਜੀ ਵੀ ਸਿਆਣਿਆਂ ਨੇ ਕਿਹਾ ਵੀ ਪੜ੍ਹ ਕੇ ਜੇ ਵਿਚਾਰੇ ਹੁੰਦੇ, ਅੱਖਰ ਬਣੇ ਸਹਾਰੇ ਹੁੰਦੇ। ਸਭ ਤੋਂ ਵੱਡੀ ਗੱਲ ਵਿਚਾਰਨ ਦੀ ਆ। ਜਿਵੇਂ ਆਪਾਂ ਅੱਜ ਦੇ ਦਿਨ ਗੱਲ ਕਰ ਰਹੇ ਆ ਵੀ ਕਈ ਵਾਰੀ ਨਾ ਉਹ ਸਮਾਗਮ ਇੱਕ ਰਸਮ ਬਣ ਕੇ ਰਹਿ ਜਾਂਦਾ। ਜ਼ਿਆਦਾਤਰ ਅਸੀਂ ਆਲੇ ਦੁਆਲੇ ਵੇਖਦੇ ਹਾਂ, ਬਹੁਤ ਸਾਰੇ ਸਮਾਗਮ, ਸਾਨੂੰ ਛੁੱਟੀ ਵੀ ਹੋ ਜਾਂਦੀ ਆ, ਅਸੀਂ ਵੱਡੇ ਪੱਧਰ ਤੇ ਪ੍ਰੋਗਰਾਮ ਵੀ ਕਰ ਲੈਂਦੇ ਆ। ਕਈ ਵਾਰੀ ਸਾਡੇ ਪ੍ਰੋਗਰਾਮ ਦੇ ਵਿੱਚ ਪਤਾ ਹੀ ਨਹੀਂ ਹੁੰਦਾ ਵੀ ਪ੍ਰੋਗਰਾਮ ਹੋ ਕਾਹਦੇ ਲਈ ਰਿਹਾ। ਇਸੇ ਤਰ੍ਹਾਂ ਬੱਚਿਆਂ ਬਾਰੇ ਜਦੋਂ ਕਿਤੇ ਮੌਕਾ ਮਿਲਦਾ ਬੱਚਿਆਂ ਦੇ ਨਾਲ ਵਿਚਾਰ ਚਰਚਾ ਕਰਨ ਦਾ, ਉਸ ਵੇਲੇ ਆਪਣੇ ਆਪ ਨੂੰ ਨਮੋਸ਼ੀ ਹੁੰਦੀ ਆ ਜਦੋਂ ਕਿਤੇ ਪੁੱਛਦੇ ਆ ਵੀ ਬੱਚਿਓ ਭਗਤ ਸਿੰਘ ਕੌਣ ਸੀ। ਜਦੋਂ ਕੋਈ ਬੱਚੇ ਭਗਤ ਸਿੰਘ ਦੀ ਬਜਾਏ ਉਸ ਐਕਟਰ ਦਾ ਨਾਂ ਲੈਂਦੇ ਆ ਜਿਹੜੇ ਐਕਟਰ ਨੇ ਫਿਲਮ ਬਣਾਈ ਹੁੰਦੀ ਆ, ਤਾਂ ਮੈਨੂੰ ਲੱਗਦਾ ਹੁੰਦਾ ਅਸੀਂ ਫੇਲ ਆ। ਅਸੀਂ ਜੋ ਮਰਜ਼ੀ ਸੱਭਿਆਚਾਰਕ ਫਿਲਮਾਂ ਦੀ ਗੱਲ ਕਰ ਲਈਏ, ਚੰਗੇ ਸਾਹਿਤ ਦੀ ਗੱਲ ਕਰ ਲਈਏ, ਇਹਦਾ ਮਤਲਬ ਜੋ ਅਸੀਂ ਸਾਡੇ ਬੱਚੇ ਨੂੰ ਦੇਣਾ ਚਾਹੁੰਦੇ ਆ ਉਹ ਉਹਦੇ ਤੱਕ ਪਹੁੰਚ ਨਹੀਂ ਰਿਹਾ। ਉਹਦੇ 'ਚ ਗਲਤੀ ਸਾਡੀ ਸਾਰਿਆਂ ਦੀ ਮੰਨਦਾ ਹੁੰਦਾ ਮੈਂ। ਉਹਦੇ 'ਚ ਗਲਤੀ ਮਾਤਾ ਪਿਤਾ ਦੀ ਵੀ ਆ, ਉਹਦੇ 'ਚ ਗਲਤੀ ਉਸ ਪਿੰਡ ਦੀ, ਉਸ ਇਲਾਕੇ ਦੀ, ਉਸ ਸ਼ਹਿਰ ਦੀ, ਸਾਰਿਆਂ ਦੀ ਹੋਈ ਆ। ਕਿਉਂਕਿ ਜਦੋਂ ਬੱਚੇ ਨੂੰ ਤੁਸੀਂ ਉੱਦਾਂ ਦਾ ਸਾਹਿਤ ਨਹੀਂ ਦਿੱਤਾ, ਉੱਦਾਂ ਦਾ ਮਾਹੌਲ ਨਹੀਂ ਦਿੱਤਾ, ਉੱਦਾਂ ਦੀਆਂ ਉਹਨਾਂ ਨਾਲ ਗੱਲਾਂ ਨਹੀਂ ਕਰੀਆਂ ਵੀ ਬੱਚੇ ਸਾਡੇ ਸ਼ਹੀਦ ਕੌਣ ਸੀ, ਸਾਡੇ ਯੋਧੇ ਕੌਣ ਸੀ, ਸਾਨੂੰ ਆਜ਼ਾਦੀ ਕਿਵੇਂ ਮਿਲੀ, ਸਾਡੀ ਸ਼ਖਸੀਅਤ ਕਿੱਥੋਂ ਬਣਨੀ ਆ ਬੱਚੇ ਦੀ। ਉਹਨੇ ਜੋ ਸਾਰਾ ਦਿਨ ਸੁਣਨਾ, ਜੋ ਸਾਰਾ ਦਿਨ ਉਹਨੇ ਵੇਖਣਾ, ਜੇ ਉਹਦੇ ਘਰ 'ਚ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਉੱਦਾਂ ਦਾ ਬਣ ਜਾਊਗਾ। ਜੇ ਗੁਰੂਆਂ ਦੀਆਂ ਗੱਲਾਂ ਹੁੰਦੀਆਂ, ਜੇ ਸਾਡੇ ਯੋਧਿਆਂ ਦੀਆਂ ਗੱਲਾਂ ਹੁੰਦੀਆਂ, ਜੇ ਸਾਡੇ ਇਤਿਹਾਸ ਦੀਆਂ ਗੱਲਾਂ ਹੁੰਦੀਆਂ, ਜੇ ਸਾਡੇ ਉਹੇ ਜਿਹੇ ਵਾਤਾਵਰਨ ਦੀਆਂ ਗੱਲਾਂ ਹੁੰਦੀਆਂ, ਮਾਹੌਲ ਦੀਆਂ ਹੁੰਦੀਆਂ, ਤਾਂ ਉਹ ਬੱਚਾ ਬਦਲ ਸਕਦਾ। ਇਸ ਕਰਕੇ ਇਹ ਜੇ ਇਸ ਤਰ੍ਹਾਂ ਦੀ ਅਸੀਂ ਗੱਲ ਵੇਖਦੇ ਹਾਂ ਅੱਜ, ਤਾਂ ਜ਼ਿੰਮੇਵਾਰੀ, ਬੇਸ਼ੱਕ ਅਸੀਂ ਯਤਨ ਕਰ ਰਹੇ ਹਾਂ, ਅਸੀਂ ਬੱਚਿਆਂ ਨੂੰ ਨਾਟਕ ਕਰਵਾਉਂਦੇ ਆ, ਕੋਰੀਓਗ੍ਰਾਫੀਆਂ ਕਰਵਾਉਂਦੇ ਆ, ਪਰ ਉਨੇ ਕੁ ਬੱਚਿਆਂ ਨਾਲ ਸਾਡਾ ਸਰ ਨਹੀਂ ਜਾਣਾ ਜਿੰਨਾਂ ਨੂੰ ਅਸੀਂ ਦੱਸ ਰਹੇ ਹਾਂ। ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ
ਮਾਤਾ ਪਿਤਾ ਦੀ ਜ਼ਿੰਮੇਵਾਰੀ ਹੈ। ਜੇ ਬੱਚਾ ਨਹੀਂ ਦੱਸ ਰਿਹਾ ਨਾ ਭਗਤ ਸਿੰਘ ਹੋਰਾਂ ਬਾਰੇ, ਤਾਂ ਮੈਂ ਸਮਝਦਾ ਹੁੰਦਾ ਵੀ ਇੱਥੇ ਬੱਚੇ ਦੀ ਗਲਤੀ ਨਹੀਂ ਹੈਗੀ। ਬੱਚੇ ਨੂੰ ਤਾਂ ਅਸੀਂ ਜਿਹੜਾ ਕੁਝ ਦੱਸਤਾ ਉਹਨੇ ਬਣ ਜਾਣਾ। ਇੱਥੇ ਗਲਤੀ ਸਾਡੀ ਸਾਰਿਆਂ ਦੀ ਆ। ਇਸ ਕਰਕੇ ਸਾਨੂੰ ਸਾਰਿਆਂ ਨੂੰ ਅੰਤਰ ਝਾਤ ਦੀ ਲੋੜ ਆ, ਸਾਨੂੰ ਮੰਥਨ ਦੀ ਲੋੜ ਆ ਵੀ ਅਸੀਂ ਏਡੇ ਏਡੇ ਪ੍ਰੋਗਰਾਮ ਕਰਵਾ ਕੇ ਵੀ, ਇੰਨੀਆਂ ਫਿਲਮਾਂ ਬਣਾ ਕੇ ਵੀ, ਇੰਨਾ ਸਾਹਿਤ ਛਪਾ ਕੇ ਵੀ ਅਜੇ ਤੱਕ ਵਿਚਾਰਧਾਰਾ ਨੂੰ ਉੱਥੇ ਤੱਕ ਕਿਉਂ ਨਹੀਂ ਲੈ ਕੇ ਜਾ ਸਕਦੇ। ਇਹ ਸਵਾਲ ਆ ਸਾਡੇ ਸਾਰਿਆਂ ਦਾ। ਠੀਕ ਹੈ। ਅੱਛਾ ਕੋਮਲ, ਭਗਤ ਸਿੰਘ ਦੇ ਇੱਕੋ ਹੀ ਪੱਖ ਨੂੰ ਹਮੇਸ਼ਾ ਲੋਕਾਂ ਤੱਕ ਜਿਹੜਾ ਕਹਿ ਲਓ ਕਿ ਕੇਟਰ ਕੀਤਾ ਗਿਆ ਕਿ ਬੜਾ ਭਗਤ ਸਿੰਘ, ਪਿਸਤੌਲ ਵਾਲੀ ਫੋਟੋ ਲਾ ਲਓ, ਖੁੰਡੀਆਂ ਮੁੱਛਾਂ ਲਾ ਲਓ, ਪਰ ਇੱਕ ਪੱਖ ਇਹ ਵੀ ਹੈ ਕਿ ਭਗਤ ਸਿੰਘ ਬਹੁਤ ਜ਼ਿਆਦਾ ਲਿਟਰੇਚਰ ਪੜ੍ਹਦਾ ਸੀ ਜਾਂ ਹੋਰਾਂ ਦੇਸ਼ਾਂ ਦੀ ਰਾਜਨੀਤੀ ਦੀ ਵੀ ਬਹੁਤ ਸਮਝ ਸੀ ਭਗਤ ਸਿੰਘ ਨੂੰ। ਇਹ ਵੀ ਚੀਜ਼ ਨਹੀਂ ਲੋਕਾਂ ਤੱਕ ਪਹੁੰਚ ਪਾਈ। ਬਿਲਕੁਲ ਗਗਨ ਜੀ, ਤੁਸੀਂ ਬਿਲਕੁਲ ਸਹੀ ਗੱਲ ਕਹੀ, ਕਿਉਂਕਿ ਆਪਾਂ ਜ਼ਿਆਦਾਤਰ ਦੇਖਦੇ ਆ ਨਾ ਬੁੱਤ ਜਾਂ ਪੋਸਟਰ ਜਿਹੜੇ ਪਹਿਲੇ ਲੱਗਦੇ ਹੁੰਦੇ ਸੀ, ਚਲੋ ਹੁਣ ਉਹਦੇ 'ਚ ਤਾਂ ਸੁਧਾਰ ਆ ਗਿਆ, ਉਹਦੇ 'ਚ ਇਹ ਦਿਖਾਇਆ ਜਾਂਦਾ ਸੀ ਕਿ ਭਗਤ ਸਿੰਘ ਦੇ ਹੱਥ 'ਚ ਪਿਸਤੌਲ ਹੈ, ਜਦ ਕਿ ਉਹ ਬਿਲਕੁਲ ਡਿਫਰੈਂਟ ਸੀ। ਉਹ ਭਗਤ ਸਿੰਘ ਦੀ ਇਹ ਸੋਚ ਸੀ ਕਿ ਤੁਸੀਂ ਬੰਦੇ ਨੂੰ ਤਾਂ ਮਾਰ ਸਕਦੇ ਹੋ ਪਰ ਉਹਦੀ ਆਈਡੀਓਲੋਜੀ ਨੂੰ ਨਹੀਂ ਖਤਮ ਕਰ ਸਕਦੇ। ਉਹ ਉਹਨਾਂ ਦੀ ਜਿਹੜੀ ਲੜਾਈ ਸੀ ਨਾ, ਉਹ ਵਿਚਾਰਕ ਲੜਾਈ ਸੀ ਕਿ ਕਿਵੇਂ ਸਾਡੇ ਲੋਕਾਂ ਨੂੰ ਗੁਲਾਮ ਬਣਾਇਆ ਜਾ ਰਿਹਾ, ਤੇ ਉਹਨਾਂ ਦੀ ਇਹ ਸੀ ਕਿ ਆਪਾਂ ਗੁਲਾਮੀ 'ਚ ਨਹੀਂ ਰਹਿਣਾ ਹੈ। ਸਾਡੀ ਲੜਾਈ ਆਜ਼ਾਦੀ ਦੀ ਹੈ। ਆਜ਼ਾਦੀ ਕਿਹੜੀ? ਸੋਚ ਦੀ, ਕਿ ਹਰ ਬੰਦਾ ਆਪਣੇ ਹੱਕ ਲੈ ਸਕੇ ਤੇ ਆਪਣੇ ਹਿਸਾਬ ਨਾਲ ਜ਼ਿੰਦਗੀ ਬਤੀਤ ਕਰ ਸਕੇ। ਪਰ ਸਾਡੇ ਇੱਥੇ ਕੁਝ ਜਿਹੜੇ ਮੈਂ ਕਹਿ ਰਿਹਾ ਨਾ, ਕੁਝ ਵਾਰੀ ਕੀ ਹੁੰਦਾ ਹੈ ਕਿ ਆਪਾਂ ਗਲਤ ਤਰੀਕੇ ਨਾਲ, ਮੈਂ ਜਿਵੇਂ ਪਹਿਲੇ ਕਿਹਾ, ਤੋੜ ਮਰੋੜ ਕੇ ਪੇਸ਼ ਕਰ ਦਿੰਦੇ ਆ, ਜਿਹਦੇ ਕਰਕੇ ਨੌਜਵਾਨਾਂ ਦਾ ਇੰਟਰਸਟ ਨਹੀਂ ਬੈਠਦਾ। ਨੌਜਵਾਨਾਂ ਦਾ ਇੰਟਰਸਟ ਤਾਂ ਹੀ ਬੈਠੂਗਾ ਜਦੋਂ ਆਪਾਂ ਉਹਨਾਂ ਦੀ ਐਗਜ਼ੈਕਟ ਹਿਸਟਰੀ ਦੱਸਾਂਗੇ। ਨੋ ਡਾਊਟ ਹੁਣ ਮੀਡੀਆ ਦਾ ਜ਼ਮਾਨਾ ਹੈ, ਇਲੈਕਟ੍ਰੋਨਿਕ ਮੀਡੀਆ ਦਾ ਜ਼ਮਾਨਾ, ਜੋ ਤੱਕ ਆਪਾਂ ਫਿਲਮਾਂ ਨਹੀਂ ਦਿਖਾਵਾਂਗੇ, ਜੋ ਤੱਕ ਆਪਾਂ ਉਹਨਾਂ ਨੂੰ ਉਹਨਾਂ ਬਾਰੇ ਦੱਸਾਂਗੇ ਨਹੀਂ, ਘਰੇ ਆਪਾਂ ਪ੍ਰਮੋਟ ਨਹੀਂ ਕਰਾਂਗੇ ਉਹ ਜਿਹਾ ਕਲਚਰ, ਉਦੋਂ ਤੱਕ ਨੌਜਵਾਨਾਂ ਨੂੰ ਨਹੀਂ ਪਤਾ ਲੱਗਣਾ। ਬਾਕੀ ਇਹ ਗੱਲ ਹੈ, ਆਪਾਂ ਸਮਾਂ ਚੰਗਾ ਹੁਣ ਲੱਗ ਰਿਹਾ, ਕਿਉਂਕਿ ਜਿਸ ਹਿਸਾਬ ਨਾਲ ਭਗਵੰਤ ਮਾਨ ਜੀ ਕਹਿੰਦੇ ਆ ਕਿ ਮੈਂ ਬਲਾਈਂਡ ਫੋਲੋਅਰ ਆ ਭਗਤ ਸਿੰਘ ਹੋਣਾ ਦੀ ਸੋਚ ਦਾ, ਬਸੰਤੀ ਰੰਗ ਦੀ ਪੱਗ ਵੀ ਬਣ ਕੇ ਰੱਖਦੇ ਆ। ਹੁਣ ਅਸੀਂ ਉਮੀਦ ਕਰ ਸਕਦੇ ਆ ਕਿ ਨੌਜਵਾਨਾਂ ਨੂੰ ਹੁਣ ਭਗਤ ਸਿੰਘ ਹੋਣਾ ਬਾਰੇ, ਸ਼ਹੀਦਾਂ ਬਾਰੇ, ਰਾਜਗੁਰੂ ਸੁਖਦੇਵ ਹੋਣਾ ਬਾਰੇ ਜਾਣਕਾਰੀ ਮਿਲੂਗੀ ਤੇ ਪ੍ਰੋਪਰ ਜਾਣਕਾਰੀ ਮਿਲੂਗੀ। ਅਗਲੀ ਵਾਰੀ ਆਪਾਂ ਡਿਸਕਸ਼ਨ ਕਰੀਏ ਤੇ ਇਹੋ ਜਿਹੇ ਮਾਹੌਲ 'ਚ ਕਰੀਏ ਕਿ ਹੁਣ ਕਾਫੀ ਬਦਲਾਅ ਆਇਆ ਤੇ ਨੌਜਵਾਨ ਹੁਣ ਜਾਗਰੂਕ ਹੋ ਗਿਆ। ਹੁਣ ਨੌਜਵਾਨ ਵਾਕਈ ਹੀ ਭਗਤ ਸਿੰਘ ਉਹਨਾਂ ਦੀ ਸੋਚ ਤੇ ਪਹਿਰਾ ਦੇਣ ਲੱਗ ਗਿਆ। ਉਸ ਚੀਜ਼ 'ਚ ਸਾਨੂੰ ਜ਼ਿਆਦਾ ਖੁਸ਼ੀ ਹੋਊਗੀ। ਮੈਂ ਪਿਛਲੀ ਵਾਰ ਵੀ ਆਪਾਂ ਡਿਸਕਸ਼ਨ ਕੀਤੀ ਸੀ ਇਸੇ ਟੌਪਿਕ ਤੇ, ਉਸ ਤੋਂ ਪਿਛਲੀ ਵਾਰ ਵੀ ਕੀਤੀ ਸੀ। ਆਪਾਂ ਹਰ ਵਾਰੀ ਡਿਸਕਸ਼ਨ ਮੰਥਨ ਤੇ ਹੀ ਕਰਦੇ ਆ ਕਿ ਹਲੇ ਤੱਕ ਨੌਜਵਾਨਾਂ 'ਚ ਉਹ ਜਾਗਰੂਕਤਾ ਨਹੀਂ ਹੈ। ਉਮੀਦ ਕਰਦੇ ਆ ਕਿ ਅਗਲੀ ਵਾਰੀ ਸਾਡੀ ਇਹ ਡਿਸਕਸ਼ਨ ਹੋਵੇ। ਹੁਣ ਨੌਜਵਾਨਾਂ ਨੂੰ ਆਪਣੇ ਸ਼ਹੀਦਾਂ ਬਾਰੇ ਪਤਾ ਤੇ ਉਹਦੇ ਤੇ ਪਹਿਰਾ ਦੇ ਰਿਹਾ, ਆਪਾਂ ਇੱਕ ਦੂਜੇ ਦੀ ਮਦਦ ਕਰ ਰਹੇ ਆ, ਪਲੱਸ ਹਰ ਵਰਗ ਦੇ ਲੋਕਾਂ ਨੂੰ ਹੱਕ ਮਿਲ ਰਿਹਾ। ਮੇਨ ਲੜਾਈ ਇਸ ਕਰਕੇ। ਠੀਕ ਹੈ। ਪ੍ਰਿੰਸੀਪਲ ਕਲਸੀ ਨੇ, ਕਲਸੀ ਸਾਹਿਬ, ਸਕੂਲੀ ਪੱਧਰ ਤੇ ਕਿਹੜੇ ਉਪਰਾਲੇ ਮੰਨਦੇ ਹੋ ਜਾਂ ਕਿਹੜੇ ਉਪਰਾਲਿਆਂ ਦੀ ਘਾਟ ਮੰਨਦੇ ਹੋ ਜੋ ਨਹੀਂ ਹੋਏ, ਔਰ ਅੱਜ ਇਹ ਸਥਿਤੀ ਹੈ ਕਿ ਬਹੁਤਿਆਂ ਨੂੰ ਨਹੀਂ ਪਤਾ ਭਗਤ ਸਿੰਘ ਬਾਰੇ, ਜਾਂ ਜਿਹੜੀਆਂ ਫਿਲਮਾਂ ਬਣੀਆਂ ਫਿਲਮੀ ਐਕਟਰਾਂ ਨੂੰ ਹੀ ਉਹ ਭਗਤ ਸਿੰਘ ਦੱਸਦੇ ਨੇ ਬੱਚੇ? ਗਗਨ ਜੀ, ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਜਿਹੜੇ ਸ਼ਹੀਦ ਨੇ, ਇਹਨਾਂ ਦੀ ਵਿਚਾਰਧਾਰਾ, ਤੁਸੀਂ ਹੈਰਾਨ ਹੋਵੋਗੇ, ਪਿੱਛੇ ਇੱਕ ਕਿਤਾਬ ਆਈ ਹੈ, ਸਤਨਾਮ ਚਾਨਾ ਦੀ ਕਿਤਾਬ ਹੈ ਭਗਤ ਸਿੰਘ ਦੇ ਉੱਪਰ, ਜਿਹਦੇ ਚ ਭਗਤ ਸਿੰਘ ਹੋਣਾ ਦੇ ਤੇ ਬਾਕੀ ਕ੍ਰਾਂਤੀਕਾਰੀਆਂ ਦੇ ਮਾਨਵੀ ਪਹਿਲੂ, ਮਨੁੱਖੀ ਪਹਿਲੂ ਨੂੰ ਉਜਾਗਰ ਕੀਤਾ ਗਿਆ ਕਿ ਉਹ ਕਿਸ ਤਰ੍ਹਾਂ ਦੇ ਖੂਬਸੂਰਤ ਤੇ ਬਹੁਤ ਹੀ ਸੈਂਸਿਟਾਈਜ਼ ਮਨੁੱਖ ਸੀਗੇ। ਉਹਨਾਂ ਦੀ ਪਿਕਚਰ, ਮਤਲਬ ਉਸ ਤਰ੍ਹਾਂ ਦੀ ਪਿਕਚਰ ਅਸੀਂ ਕਿਤੇ ਵੀ, ਮੈਂ ਵੀ ਐਡਾ ਵੱਡਾ ਹੋ ਗਿਆ, ਮੈਂ ਵੀ ਭਗਤ ਸਿੰਘ ਬਾਰੇ ਬਹੁਤ ਕੁਝ ਪੜ੍ਹਿਆ, ਉਹਦੀ ਆਈਡੀਓਲੋਜੀ ਨੂੰ ਪੜ੍ਹਿਆ, ਪਰ ਜਿਹੜੇ ਉਹਦੇ ਮਾਨਵੀ ਗੁਣ ਸੀ, ਕਿਉਂਕਿ ਤੁਸੀਂ ਸਾਡੇ ਸਮਾਜ ਵਿੱਚ ਰਹਿੰਦੇ, ਅਸੀਂ ਆਮ ਤੌਰ ਤੇ ਇੱਕ ਫਰੇਜ਼ ਯੂਜ਼ ਕਰਦੇ ਹਾਂ ਕਿ ਭਗਤ ਸਿੰਘ ਤਾਂ ਜੰਮੇ ਪਰ ਗੁਆਂਢੀਆਂ ਦੇ ਘਰ। ਉਹ ਸਾਡੇ ਘਰ ਨਹੀਂ ਜੰਮਣਾ ਚਾਹੀਦਾ, ਕਿਉਂਕਿ ਸਾਡਾ ਮੁੰਡਾ ਸ਼ਹੀਦ ਨਾ ਹੋਵੇ। ਭਗਤ ਸਿੰਘ ਤਾਂ ਸਾਡਾ ਸਮਾਜ ਵਿੱਚ ਪੈਦਾ ਹੋਵੇ, ਪਰ ਉਹ ਜੰਮੇ ਗੁਆਂਢੀਆਂ ਦਾ ਹੋਵੇ, ਸਾਡਾ ਨਾ ਹੋਵੇ। ਉਹ ਇਸ ਕਰਕੇ ਸਾਡੀ ਸੋਚ ਬਣ ਗਈ ਕਿ ਅਸੀਂ ਇਸ ਤਰ੍ਹਾਂ ਦੀ ਸ਼ਹਾਦਤ ਆਪਣੇ ਬੱਚਿਆਂ ਕੋਲ ਨਹੀਂ ਚਾਹ ਰਹੇ, ਪਰ ਅਸੀਂ ਉਹਨਾਂ ਦੇ ਮਾਨਵੀ ਪਹਿਲੂਆਂ ਨੂੰ ਉਜਾਗਰ ਹੀ ਨਹੀਂ ਕਰ ਰਹੇ। ਤੁਸੀਂ ਹੈਰਾਨ ਹੋ ਗਏ, 600 ਕਿਤਾਬਾਂ ਭਗਤ ਸਿੰਘ ਨੇ ਪੜ੍ਹੀਆਂ। 600 23 ਸਾਲ ਦੀ ਉਮਰ ਤੱਕ ਜੇ ਕੋਈ ਬੱਚਾ 600 ਕਿਤਾਬ, ਤੁਸੀਂ ਦੱਸੋ ਕਿਹੜਾ ਨੌਜਵਾਨ ਜਿਹੜਾ ਇੰਨੀਆਂ ਕਿਤਾਬਾਂ ਪੜ੍ਹ ਸਕਦਾ ਜਿੰਨੀਆਂ ਕਿਤਾਬਾਂ ਉਸਨੇ ਪੜ੍ਹੀਆਂ। ਔਰ ਤੁਸੀਂ ਹੈਰਾਨ ਹੋਵੋਗੇ ਕਿ ਇੱਕ ਇੰਸਟਾਂਸ ਉਸ ਕਿਤਾਬ ਵਿੱਚ ਜ਼ਿਕਰ ਸੀ ਸਤਨਾਮ ਚਾਨਾ ਜੀ ਦੇ ਵਿੱਚ ਕਿ ਭਗਤ ਸਿੰਘ ਹੋਣੀ ਕਿਤੇ ਲਾਹੌਰ ਥੀਏਟਰ ਕੋ ਲੰਘ ਰਹੇ ਨੇ, ਉੱਥੇ ਇੱਕ ਫਿਲਮ ਲੱਗੀ ਹੋਈ ਹੈ, ਅੰਗਰੇਜ਼ੀ ਫਿਲਮ ਸੀ ਜਿਹੜੀ ਕਿ ਗੁਲਾਮੀ ਦੇ ਉੱਪਰ ਸੀ, ਸ਼ਾਇਦ ਅੰਕਲ ਸੈਮਜ਼ ਕੈਬਨ ਇਸ ਫਿਲਮ ਦਾ ਨਾਂ ਸੀਗਾ। ਫਿਲਮ ਉਹਨਾਂ ਨੂੰ ਚੰਗੀ ਲੱਗਦੀ ਸੀ ਤੇ ਜਿਹੜੇ ਉਹਨਾਂ ਦੇ ਨਾਲ ਦੋ ਸਾਥੀ ਸੀ, ਬਕਟੇਸ਼ਵਰ ਦੱਤ ਸੀ ਤੇ ਨਾਲ ਉਹਨਾਂ ਦੇ ਸਾਥੀ ਸੀਗੇ, ਉਹਨਾਂ ਨੂੰ ਕਹਿੰਦੇ ਸੀ ਸਿਰਫ ਕ੍ਰਾਂਤੀਕਾਰੀ ਹੋਣ ਕਰਕੇ ਪੈਸੇ ਸਿਰਫ ਜਿਹੜੇ ਮਿਲਦੇ ਸੀ ਰੋਟੀ ਪਾਣੀ ਦੇ ਮਿਲਦੇ ਸੀ, ਪਿਕਚਰ ਦੇਖਣ ਦੇ ਪੈਸੇ ਨਹੀਂ ਸੀ ਮਿਲਦੇ। ਤੇ ਭਗਤ ਸਿੰਘ ਨੇ ਉਹਦੀ ਜੇਬ ਚੋਂ, ਬਕਟੇਸ਼ਵਰ ਦੱਤ ਜੀ ਚੋਂ ਪੈਸੇ ਖੋਹ ਕੇ ਟਿਕਟ ਲੈ ਕੇ ਉਹ ਫਿਲਮ ਦੇਖੀ।
ਜਿਹੜੀ ਕਿ ਮਤਲਬ ਸਿਰਫ ਮੈਂ ਤੁਹਾਨੂੰ ਦੱਸਣਾ ਇਹ ਚਾਹੁੰਦਾ ਕਿ ਉਹ ਆਮ ਨੌਜਵਾਨਾਂ ਵਰਗੇ ਨੌਜਵਾਨ ਹੀ ਸੀਗੇ, ਜਿਵੇਂ ਸਾਡੇ ਬੱਚੇ ਕਰਦੇ ਨੇ ਉਸੇ ਤਰ੍ਹਾਂ ਦੇ ਬੱਚੇ ਹੀ ਸੀਗੇ, ਪਰ ਅਸੀਂ ਇਸ ਤਰ੍ਹਾਂ ਦੀ ਸਿੱਖਿਆ, ਉਹਨਾਂ ਦੀ ਵਿਚਾਰਧਾਰਾ ਦੀ ਸਿੱਖਿਆ ਅਸੀਂ ਦਿੱਤੀ ਨਹੀਂ ਹੈ। ਅਸੀਂ ਸਿਰਫ ਇੱਕ ਮਿੱਥ ਬਣਾ ਲਿਆ, ਉਹ ਇੱਕ ਕ੍ਰਾਂਤੀਕਾਰੀ ਦਾ ਮਿੱਥ ਹੈ, ਉਹ ਬੰਬਾਂ ਵਾਲਾ ਭਗਤ ਸਿੰਘ ਹੈ, ਉਹ ਪਿਸਤੌਲਾਂ ਵਾਲਾ ਭਗਤ ਸਿੰਘ ਹੈ, ਜਿਹੜੀ ਉਹਦੀ ਵਿਚਾਰਧਾਰਾ ਹੈ, ਜਿਹੜੀ ਸਮਾਜਵਾਦ ਦੀ ਵਿਚਾਰਧਾਰਾ ਹੈ, ਜਾਂ ਮੈਂ ਨਾਸਤਿਕ ਕਿਉਂ ਕਹਿੰਦਾ, ਉਹਦੀ ਪੂਰੀ ਇੱਕ ਥਾਟ ਹੈ, ਉਹ ਸਾਰੇ ਕਾਸੇ ਨੂੰ ਅਸੀਂ ਕਿਤੇ ਪ੍ਰਚਾਰਿਆ ਹੀ ਨਹੀਂ। ਦਰਅਸਲ ਉਹਦੀ ਵਿਚਾਰਧਾਰਾ ਸਾਡੇ ਰਾਜਨੀਤੀਵਾਨਾਂ ਨੂੰ, ਸਾਡੇ ਜਿਹੜੇ ਚਲਾ ਰਹੇ ਸਮਾਜ ਦੇ ਲੋਕ ਨੇ, ਉਹਨਾਂ ਨੂੰ ਸੂਟ ਨਹੀਂ ਕਰਦੀ, ਕਿਉਂਕਿ ਉਹ ਸਿੱਖਿਆ ਦੇਣਗੇ ਤਾਂ ਉਹ ਜਿਹਾ ਸਮਾਜ, ਜਿਹੜਾ ਸਮਾਜਵਾਦ ਦਾ ਸਮਾਜ, ਜਿਹਦੇ ਸਮਾਜਿਕ ਨਿਆਂ ਹੋਵੇ, ਜਿਹਦੇ ਸਮਾਨਤਾ ਹੋਵੇ, ਜਿਹਦੇ ਸੁਤੰਤਰਤਾ ਹੋਵੇ, ਜਿਹਦੇ ਚ ਕਿਸੇ ਦੀ ਲੁੱਟ ਖਸੁੱਟ ਨਾ ਹੋਵੇ, ਠੀਕ ਹੈ, ਉਹ ਜਿਹਾ ਸਮਾਜ ਉਹ ਚਾਹੁੰਦਾ ਸੀ। ਅਜਿਹਾ ਸਮਾਜ ਸਾਡੇ ਜਿਹੜੇ ਸਿੱਖਿਆ ਦੇਣ ਵਾਲੇ ਲੋਕ ਨੇ, ਜਿਹੜੇ ਸਾਨੂੰ ਸਮਾਜ ਨੂੰ ਚਲਾ ਰਹੇ ਨੇ, ਸਾਡੇ ਰਾਜ ਨੂੰ ਚਲਾ ਰਹੇ ਨੇ, ਉਹਨਾਂ ਨੂੰ ਇਹ ਸੂਟ ਨਹੀਂ ਕਰਦਾ। ਇਸ ਕਰਕੇ ਭਗਤ ਸਿੰਘ ਦਾ ਉਹਨੂੰ ਚਾਹੀਦਾ ਹੈਗਾ, ਉਹ ਭਗਤ ਸਿੰਘ ਇਹ ਟੋਪੀ ਵਾਲਾ ਹੀ, ਪਿਸਤੌਲ ਵਾਲਾ ਹੀ ਤੇ ਬੰਬ ਵਾਲਾ ਹੀ ਸੂਟ, ਇਹ ਕਾਰਨ ਨੇ ਜਿਹਦੇ ਕਰਕੇ ਅਸੀਂ ਪ੍ਰੋਪਰ ਸਿੱਖਿਆ ਦੇ ਸਕਦੇ। ਤਾਂ ਬਿਲਕੁਲ ਬਹੁਤ ਵਧੀਆ ਗੱਲ ਕਹੀ। ਅੱਛਾ ਧਾਲੀਵਾਲ ਜੀ, ਇੱਕ ਪੱਖ ਇਹ ਵੀ ਹੈਗਾ, ਜਿਵੇਂ ਹੁਣੇ ਮੈਨੂੰ ਲੱਗਦਾ ਕਿ ਤੁਹਾਡੇ ਤੱਕ ਨਹੀਂ ਆਵਾਜ਼ ਪਹੁੰਚੀ ਹੋਣੀ ਪ੍ਰਿੰਸੀਪਲ ਕਲਸੀ ਜੀ ਦੀ, ਉਹ ਕਹਿੰਦੇ ਕਿ ਲੋਕ ਜਿਵੇਂ ਦੀ ਚੀਜ਼ ਚਾਹੁੰਦੇ ਨੇ ਉਦਾਂ ਦਾ ਹੀ ਉਹਨੂੰ ਪ੍ਰੋਜੈਕਟ ਕਰਦੇ ਨੇ, ਉਦਾਂ ਦਾ ਹੀ ਬਣਾਉਂਦੇ ਨੇ। ਉਹ ਕਹਿੰਦੇ ਉਦਾਂ ਦਾ ਹੀ ਪਸੰਦ ਕਰਦੇ ਨੇ। ਭਗਤ ਸਿੰਘ ਪਿਸਤੌਲ ਵਾਲਾ ਲਿਟਰੇਰੀ ਪਾਰਟ ਉਹਦਾ ਮੰਨਫੀ ਹੋਇਆ ਨਹੀਂ, ਔਰ ਇਹ ਚੀਜ਼ ਪਹੁੰਚਾਈ ਵੀ ਨਹੀਂ ਗਈ। ਤੁਹਾਨੂੰ ਇਹਦੇ ਪੱਖ ਬਾਰੇ ਕੀ ਸੋਚਦੇ ਹੋ ਕਿ ਸਮਾਜਿਕ ਤੌਰ ਤੇ ਹੋਰ ਕਿਹੜੇ ਉਪਰਾਲੇ ਹੋਣੇ ਚਾਹੀਦੇ ਸੀ ਜਾਂ ਨਹੀਂ ਹੋਏ? ਕਿਉਂਕਿ ਜਿਹੜੀ ਸ਼ਹੀਦਾਂ ਦੀ ਸੋਚ, ਮੈਨੂੰ ਲੱਗਦਾ ਕਿ ਜੇ ਉਹਦੇ ਉੱਤੇ ਤੁਰਿਆ ਜਾਵੇ ਤਾਂ ਦੇਸ਼ ਭਗਤੀ ਦਾ ਤਾਂ ਚਲੋ ਜਜ਼ਬਾ ਹੈ ਹੀ ਹੈ, ਉਹਦੇ ਵਿੱਚੋਂ ਭ੍ਰਿਸ਼ਟਾਚਾਰ ਦਾ ਵੀ ਖਾਤਮਾ ਬਹੁਤ ਵੱਡੇ ਪੱਧਰ ਤੇ ਹੋ ਸਕਦਾ। ਬਿਲਕੁਲ ਬੇਦੀ ਜੀ, ਤੁਹਾਡੀ ਇਸ ਗੱਲ ਨਾਲ, ਮੈਂ ਪ੍ਰਿੰਸੀਪਲ ਸਾਹਿਬ ਦੀ ਇਸ ਗੱਲ ਨਾਲ ਮੈਂ 100% ਸਹਿਮਤ ਹਾਂ। ਕਿਉਂਕਿ ਸਾਡੇ 'ਚ ਇਤਿਹਾਸ 'ਚ ਤੋੜ ਮਰੋੜ ਬਹੁਤ ਜ਼ਿਆਦਾ ਕੀਤੀ, ਜਿਹਨੂੰ ਜਿਸ ਹਿਸਾਬ ਨਾਲ ਠੀਕ ਲੱਗਦਾ ਉਸ ਹਿਸਾਬ ਨਾਲ ਉਹਨਾਂ ਨੂੰ ਪ੍ਰੋਜੈਕਟ ਕਰ ਲੈਂਦੇ ਆ ਤੇ ਉਸ ਹਿਸਾਬ ਨਾਲ ਪ੍ਰਮੋਟ ਵੀ ਕਰ ਲੈਂਦੇ ਆ। ਜੇ ਆਪਾਂ ਅੱਜ ਗੱਲ ਕਰੀਏ ਵੀ ਸ਼ਹੀਦ ਭਗਤ ਸਿੰਘ ਕਿਵੇਂ ਬਣੇ, ਰੋਲ ਮਾਡਲ ਦੀ ਗੱਲ ਹੁੰਦੀ ਆ। ਕਈ ਗੱਲਾਂ ਇਹ ਜਿਹੜੀਆਂ ਭਗਤ ਸਿੰਘ ਦੇ ਪਤਾ ਹੀ ਨਹੀਂ। ਭਗਤ ਸਿੰਘ ਜੀ ਸਰਦਾਰ ਕਰਤਾਰ ਸਿੰਘ ਸਰਾਭਾ ਨੂੰ ਆਪਦਾ ਆਈਡੀਅਲ ਮੰਨਦੇ ਹੁੰਦੇ ਸੀ, ਹਮੇਸ਼ਾ ਆਪਦੇ ਜੇਬ 'ਚ ਉਹਨਾਂ ਦੀ ਫੋਟੋ ਰੱਖਦੇ ਹੁੰਦੇ ਸੀ। ਉਹਨਾਂ ਦੇ ਪਰਿਵਾਰ 'ਚ ਸ਼ਹੀਦਾਂ ਦੀਆਂ ਗੱਲਾਂ ਹੁੰਦੀਆਂ ਸੀ, ਉਹਨਾਂ ਦੇ ਪਰਿਵਾਰ 'ਚ ਦੇਸ਼ ਦੀ ਆਜ਼ਾਦੀ ਦੀਆਂ ਗੱਲਾਂ ਹੁੰਦੀਆਂ ਸੀਗੀਆਂ। ਸੋ ਇਹ ਚੀਜ਼ਾਂ ਕਈ ਪੱਖ ਹੈ ਜੇ ਆ, ਇਸੇ ਕਰਕੇ ਤਾਂ ਆਪਾਂ ਗੱਲ ਕਰ ਰਹੇ ਹਾਂ ਵੀ ਐਜੂਕੇਸ਼ਨ ਦੇ ਵਿੱਚ ਉਹਨਾਂ ਨੂੰ ਪੜ੍ਹਾਇਆ ਜਾਵੇ, ਐਜੂਕੇਸ਼ਨ 'ਚ ਉਹਨਾਂ ਬਾਰੇ ਦੱਸਿਆ ਜਾਵੇ, ਉਹਨਾਂ ਦੀ ਜੀਵਨੀ ਬਾਰੇ। ਅੱਜ ਅਸੀਂ ਇੱਥੇ ਬੈਠ ਕੇ ਗੱਲ ਕਰ ਰਹੇ ਹਾਂ ਵੀ ਦੇਸ਼ ਆਜ਼ਾਦ ਹੋ ਗਿਆ, ਪਰ ਅੱਜ ਵੀ ਭਗਤ ਸਿੰਘ ਦੀ ਸੋਚ ਦੇਸ਼ ਦੇ ਵਿੱਚ ਇੰਪਲੀਮੈਂਟ ਨਹੀਂ ਹੋ ਸਕੀ। ਤੁਸੀਂ ਦੇਖੋ ਵੀ ਉਹ ਕਿੰਨੇ ਵਾਸਟ ਸੀਗੇ, ਉਹਨਾਂ ਸਮਿਆਂ ਦੇ ਵਿੱਚ ਵੀ ਉਹਨਾਂ ਨੂੰ ਇਸ ਗੱਲ ਦੀ ਚਿੰਤਾ ਸੀਗੀ ਵੀ ਜੇ ਦੇਸ਼ ਆਜ਼ਾਦ ਹੋ ਗਿਆ ਤਾਂ ਉਸ ਤੋਂ ਬਾਅਦ ਦੇਸ਼ ਨੂੰ ਕਿਵੇਂ ਚੱਲੂਗਾ। ਔਰ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਜਿਹੜੇ ਫਰੀडम ਫਾਈਟਰ ਰਹੇ ਨੇ, ਕਿਸੇ ਨੇ ਇਹ ਚੀਜ਼ ਨਹੀਂ ਸੋਚੀ। ਉਹਨਾਂ ਦਾ ਮੇਨ ਮੰਤਵ ਸਭ ਦਾ ਇਹੀ ਹੁੰਦਾ ਸੀ ਕਿ ਗੋਰਿਆਂ ਨੂੰ ਇੱਥੋਂ ਕੱਢ ਦਈਏ ਤੇ ਆਜ਼ਾਦੀ। ਔਰ ਭਗਤ ਸਿੰਘ ਹੋਰੀ ਸੀਗੇ ਜਿਹੜੇ ਇਹ ਚੀਜ਼ ਸੋਚਦੇ ਸੀਗੇ। ਉਹੀ ਸੋਚਦਾ ਨਹੀਂ। ਅੱਜ ਬੱਚੇ ਜਿਹੜੇ ਅੱਜ ਆਪਾਂ 10-11 ਸਾਲ ਦੇ ਬੱਚੇ ਨੂੰ ਦੇਖਦੇ ਆ, ਉਹਨਾਂ ਦੀ ਸੋਚ ਕਿਸ ਤਰ੍ਹਾਂ ਅੱਜ ਆਪਾਂ ਦੇਖ ਰਹੇ ਆ, ਟਿਕਟੌਕ ਤੇ ਇੰਸਟਾਗ੍ਰਾਮ ਤੇ ਵੀਡੀਓਜ਼ ਬਣਾ ਰਹੇ ਆ ਬੱਚੇ, ਜਾਂ ਵਿੱਚ ਲੇਡੀਜ਼ ਵੀ ਲੱਗੀਆਂ ਹੋਈਆਂ। ਤੇ ਉਹਨਾਂ ਸਮਿਆਂ 'ਚ ਜਦੋਂ ਆਪਾਂ ਕੁਝ ਦੇਖਿਆ, ਕਰਤਾਰ ਸਿੰਘ ਸਰਾਭਾ ਹੁਣੀ ਅਮਰੀਕਾ ਤੋਂ ਵਾਪਸ ਆਇਆ ਸਾਰਾ ਕੁਝ ਛੱਡ ਕੇ ਦੇਸ਼ ਦੀ ਆਜ਼ਾਦੀ ਵਾਸਤੇ। ਭਗਤ ਸਿੰਘ ਬਿਲਕੁਲ ਛੋਟੇ ਸੀ। ਬੜਾ ਕਿੱਸਾ ਉਹਨਾਂ ਦਾ ਮਸ਼ਹੂਰ ਆ ਵੀ ਖੇਤਾਂ ਦੇ ਵਿੱਚ ਆਪਦੇ ਚਾਚਾ ਜੀ ਨਾਲ ਬੰਦੂਕਾਂ ਪੁੱਠੀਆਂ ਕਰਕੇ ਲਾਤੀਆਂ ਸੀ, ਬੰਦੂਕਾਂ ਗੱਡਤੀਆਂ ਸੀ। ਤੇ ਉਹਦਾ ਜਦੋਂ ਪਰਿਵਾਰ ਨੇ ਪੁੱਛਿਆ ਚਾਚਾ ਜੀ ਨੇ ਵੀ ਕੀ ਚੱਕਰ ਆ, ਵੀ ਕਾਹਤੋਂ ਕਰ ਰਹੇ ਆ, ਉਹ ਕਹਿੰਦਾ ਵੀ ਆਪਾਂ ਬੰਦੂਕਾਂ ਸਾਨੂੰ ਅਸੀਂ ਬਹੁਤ ਜ਼ਿਆਦਾ ਆ ਜਾਣ ਤੇ ਤਾਂ ਕਿ ਅੰਗਰੇਜ਼ਾਂ ਨਾਲ ਲੜਾਈ ਲੜਨ ਵਾਸਤੇ ਸਾਨੂੰ ਇਹਨਾਂ ਹਥਿਆਰਾਂ ਦੀ ਲੋੜ ਪਵੇ। ਸੋ ਇੰਨੀ ਛੋਟੀ ਉਮਰ ਦੇ ਵਿੱਚ ਉਹਨਾਂ ਦੀ ਸੋਚ ਆਜ਼ਾਦੀ ਵਾਲੇ ਪਾਸੇ ਸੀਗੀ। ਤੇ ਅੱਜ ਜੇ ਆਪਾਂ ਬੱਚਿਆਂ ਨੂੰ ਉਹਨਾਂ ਨੂੰ ਕੰਪੈਰੀਜ਼ਨ ਕਰਦੇ ਹਾਂ ਤਾਂ ਆਪਾਂ ਨੂੰ ਆਪ ਹੀ ਦੇਖਣਾ ਚਾਹੀਦਾ ਵੀ ਕਿੰਨਾ ਫਰਕ ਆ। ਸੋ ਇਹ ਫਰਕ ਦੇ ਜ਼ਿੰਮੇਵਾਰ ਸਾਰਾ ਕੁਝ ਹੀ ਆ। ਇਸ ਫਰਕ ਦੇ ਜ਼ਿੰਮੇਵਾਰ ਮੀਡੀਆ ਵੀ ਹੈ, ਇਸ ਫਰਕ ਦੇ ਜ਼ਿੰਮੇਵਾਰ ਸੋਸਾਇਟੀ ਵੀ ਆ, ਸਰਕਾਰਾਂ ਵੀ ਨੇ, ਸਾਰਾ ਕੁਝ ਹੀ ਹੈ। ਇਸ ਕਰਕੇ ਹਰੇਕ ਬੰਦੇ ਨੂੰ ਆਪਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ, ਨਾ ਕਿ ਆਪਾਂ ਹਮੇਸ਼ਾ ਕਿਸੇ ਹੋਰ ਤੇ ਸਿੱਟ ਦਈਏ ਵੀ ਇਹਦੇ ਕਰਕੇ ਸਾਡੇ ਬੱਚੇ ਅੱਜ ਸ਼ਹੀਦਾਂ ਦੀ ਸੋਚ ਤੋਂ ਦੂਰ ਆ। ਮੈਨੂੰ ਲੱਗਦਾ ਕਿ ਪੇਰੈਂਟਸ ਦੀ ਵੀ ਜ਼ਿੰਮੇਵਾਰੀ ਬਣਦੀ ਹੈ। ਮੈਂ ਕਹਿੰਦਾ ਜੀ ਸਾਰੇ ਇਹਦੀ ਕਲੈਕਟਿਵ ਰਿਸਪੌਂਸਿਬਿਲਟੀ ਆਪਾਂ ਨੂੰ ਲੈਣੀ ਚਾਹੀਦੀ ਹੈ ਤੇ ਆਪਾਂ ਨੂੰ ਆਪਦੇ ਐਂਗਲ ਤੇ ਆਪਦੇ ਪਲੇਟਫਾਰਮ ਤੇ, ਹੁਣ ਅੱਜ ਆਪਾਂ ਜੇ ਬੈਠ ਕੇ ਗੱਲ ਕਰ ਰਹੇ ਹਾਂ, ਮੈਂ ਕਹਿੰਦਾ ਵੀ ਥੋੜਾ ਜਿਹਾ ਕਿਤੇ ਇੱਕ ਬੱਚੇ ਦੀ ਸੋਚ ਤੇ ਵੀ ਫਰਕ ਪਾ ਸਕੀ। ਜੇ ਅੱਜ ਆਪਾਂ ਬੈਠ ਕੇ ਕਰ ਰਹੇ ਤਾਂ ਉਹ ਵੀ ਸਾਡੇ ਵਾਸਤੇ ਚੰਗੀ ਗੱਲ ਹੋਊਗੀ। ਇਸ ਕਰਕੇ ਕਲੈਕਟਿਵ ਰਿਸਪੌਂਸਿਬਿਲਟੀ ਲੈ ਕੇ ਜੋ ਵੀ ਆਪਾਂ ਕਰ ਸਕਦੇ ਉਹਨਾਂ ਵਾਸਤੇ ਕਰਨਾ ਚਾਹੀਦਾ, ਪ੍ਰਮੋਟ ਕਰਨਾ ਚਾਹੀਦਾ, ਬੱਚਿਆਂ ਨੂੰ ਜ਼ਰੂਰ ਸਿਖਾਉਣਾ ਚਾਹੀਦਾ। ਕਿਉਂਕਿ ਅੱਜ ਜਿਹੜੇ ਮਾੜੇ ਸਮੇਂ ਦੇ ਵਿੱਚ ਬੱਚੇ ਜਾ ਰਹੇ, ਕੋਈ ਨਸ਼ਿਆਂ ਵੱਲ ਲੱਗ ਰਹੇ ਆ, ਅੱਜ ਜਿਨ੍ਹਾਂ ਅੰਗਰੇਜ਼ਾਂ ਨੂੰ ਕਿੰਨੀਆਂ ਕੁਰਬਾਨੀਆਂ ਦੇ ਕੇ ਆਪਾਂ ਕੱਢਿਆ, ਅੱਜ ਉਹਨਾਂ ਦੇ ਦੇਸ਼ਾਂ 'ਚ ਜਾਣ ਵਾਸਤੇ ਤਰਸ ਰਹੇ ਆ, ਕਿਵੇਂ ਕਰ ਰਹੇ ਆ। ਸੋ ਜੇ ਆਪਾਂ ਇਹਨਾਂ ਨੂੰ ਬੱਚਿਆਂ ਨੂੰ ਅੱਜ ਆਪਾਂ ਆਪਣੇ ਸ਼ਹੀਦਾਂ ਦੀ ਸੋਚ ਵੱਲ ਲੈ ਕੇ ਜਾਵਾਂਗੇ, ਸ਼ਹੀਦਾਂ ਬਾਰੇ ਦੱਸਾਂਗੇ, ਤਾਂ ਉਹਨਾਂ ਦੀ ਅੱਗੇ ਵਾਲੀ ਜ਼ਿੰਦਗੀ ਵੀ ਸੌਖੀ ਹੋਊਗੀ। ਮੈਂ ਕਹਿੰਦਾ ਜਿਹੜੀਆਂ ਮਾੜੀਆਂ ਗੱਲਾਂ ਤੋਂ ਆਪਾਂ ਦੂਰ ਕਰਨਾ ਚਾਹੁੰਦੇ ਆ ਬੱਚਿਆਂ ਨੂੰ, ਨਹੀਂ ਹੁੰਦੇ, ਜੇ ਆਪਾਂ ਬਚਪਨ ਤੋਂ ਹੀ ਉਹਨਾਂ ਦੇ ਦਿਮਾਗ ਦੇ ਵਿੱਚ ਐਦਾਂ ਦੀ ਪੈਦਾਵਾਰ ਪਾਵਾਂਗੇ, ਐਦਾਂ ਦੀ ਚੀਜ਼ਾਂ ਪਾਵਾਂਗੇ, ਪੋਜ਼ਿਟਿਵ ਚੀਜ਼ਾਂ ਪਾਵਾਂਗੇ, ਤਾਂ ਉਹਨਾਂ ਦੀ ਗਾਂ ਵਾਲੀ ਜ਼ਿੰਦਗੀ ਵੀ ਉਹਨਾਂ ਦੀ ਸੌਖੀ ਹੋਊਗੀ ਤੇ ਚੰਗੀ ਹੋਊਗੀ। ਬਿਲਕੁਲ। ਕਰਮ ਜੀ ਤੁਸੀਂ ਲਿਖਦੇ ਵੀ ਹੋ, ਔਰ ਤੁਸੀਂ ਗਾਇਕਾਂ ਦਾ ਕੀ ਮੰਨਦੇ ਹੋ, ਕਿਹੜਾ ਕੀ ਰੋਲ ਰਹਿ ਸਕਦਾ ਇਸ ਪਾਸੇ, ਫਿਲਮੀ ਤੌਰ ਤੇ ਕੀ ਰੋਲ ਰਹਿ ਸਕਦਾ ਹੈ ਬੱਚਿਆਂ ਤੱਕ? ਕਿਉਂਕਿ ਆਰਟਿਸਟ ਕਹਿੰਦੇ ਵਧੀਆ ਤਰੀਕੇ ਦੇ ਨਾਲ ਗੱਲ ਜਲਦੀ ਪਹੁੰਚਾ ਸਕਦੇ।
ਜੀ ਸਾਹਿਬ ਜਦੋਂ ਭਗਤ ਸਿੰਘ ਹੋਰਾਂ ਨੂੰ ਫਾਂਸੀ ਲਈ ਲੈ ਕੇ ਜਾਣਾ ਸੀ ਤਾਂ ਅਸੀਂ ਬਹੁਤ ਵਾਰ ਇਹ ਗੱਲ ਪੜ੍ਹੀ ਆ ਤੇ ਅਸੀਂ ਸਾਰਿਆਂ ਨੇ ਸੁਣੀ ਆ ਵੀ ਉਹ ਇੱਕ ਕਿਤਾਬ ਪੜ੍ਹ ਰਹੇ ਹੁੰਦੇ ਆ। ਉਸ ਵੇਲੇ ਉਹ ਕਿਤਾਬ ਜਿੱਥੋਂ ਰਹਿੰਦੀ ਹੁੰਦੀ ਉਹਦਾ ਪੰਨਾ ਮੋੜ ਕੇ ਚਲੇ ਜਾਂਦੇ ਆ ਤੇ ਸੁਨੇਹਾ ਦਿੰਦੇ ਨੇ ਵੀ ਇਹ ਕਿਤਾਬ ਜਿੰਨੀ ਪੜ੍ਹੀ ਗਈ ਆ ਇਹ ਵੀ ਤੁਸੀਂ ਪੜ੍ਹਨੀ ਆ, ਜਿਹੜੀ ਰਹਿੰਦੀ ਹੈ ਤੁਸੀਂ ਪੜ੍ਹਨੀ ਆ। ਇਸ ਗੱਲ ਨੂੰ ਉਭਾਰਿਆ ਜਾਣਾ ਚਾਹੀਦਾ, ਨਾ ਕਿ ਸਾਡੇ ਗੀਤਾਂ ਵਿੱਚ ਹਥਿਆਰਾਂ ਦੀ ਗੱਲ ਹੋਵੇ, ਸਾਡੀਆਂ ਫਿਲਮਾਂ ਵਿੱਚ ਇਹ ਗੱਲ ਹੋਵੇ ਵੀ ਜਿਹੜੀ ਅਸੀਂ ਮਾਰਨ ਮਰਾਉਣ ਦੀ ਗੱਲ ਕਰਦੇ ਹਾਂ, ਮੰਨ ਲਓ ਤੁਸੀਂ ਹਥਿਆਰ ਦਿੱਤਾ ਕਿਸੇ ਨੌਜਵਾਨ ਨੂੰ, ਕੀ ਨੌਜਵਾਨ ਨੂੰ ਪਤਾ ਹਥਿਆਰ ਕਿੱਥੇ ਚਲਾਉਣਾ? ਭਗਤ ਸਿੰਘ ਹੋਰਾਂ ਨੇ ਪਹਿਲਾਂ ਬਹੁਤ ਸਾਰਾ ਸਾਹਿਤ ਪੜ੍ਹਿਆ, ਬੇਸ਼ੱਕ ਪਹਿਲਾਂ ਉਹਨਾਂ ਦਾ ਜਿਹੜਾ ਵਿਚਾਰਧਾਰਾ ਸੀ ਉਸ ਤੋਂ ਬਾਅਦ ਆਪ ਮੰਨਦੇ ਆ ਉਹ ਵੀ ਫਿਰ ਮੈਂ ਸਾਰੇ ਸਾਹਿਤ ਨੂੰ ਪੜ੍ਹਿਆ ਦੁਨੀਆ ਦੇ ਨੂੰ। ਫਿਰ ਮੈਂ ਗੱਲ ਕੀਤੀ ਵੀ ਇੱਕ ਦੋ ਬੰਦਿਆਂ ਨੂੰ ਮਾਰ ਕੇ ਸਿਸਟਮ ਨਹੀਂ ਬਦਲਿਆ ਜਾ ਸਕਦਾ, ਸਾਨੂੰ ਵਿਚਾਰ ਬਦਲਣੇ ਚਾਹੀਦੇ ਨੇ। ਇਸ ਗੱਲ ਤੇ ਉਹਨਾਂ ਨੇ ਪਹਿਰਾ ਦਿੱਤਾ, ਇਸ ਗੱਲ ਲਈ ਉਹਨਾਂ ਨੇ ਬਹੁਤ ਸਾਰਾ ਸਾਹਿਤ ਲਿਖਿਆ। ਉਹ ਖੁਦ ਮੰਨਦੇ ਨੇ ਇਸ ਗੱਲ ਨੂੰ ਵੀ ਕਿਤਾਬਾਂ ਨੇ ਮੇਰੀ ਵਿਚਾਰਧਾਰਾ ਨੂੰ ਇਸ ਤਰ੍ਹਾਂ ਲੈ ਕੇ ਆਂਦਾ। ਕਿਤਾਬਾਂ ਬਹੁਤ ਵੱਡਾ ਹਥਿਆਰ ਨੇ। ਇਸੇ ਤਰ੍ਹਾਂ ਸਾਡੇ ਗਾਇਕਾਂ ਦਾ, ਸਾਡੇ ਗੀਤਕਾਰਾਂ ਦਾ, ਸਾਡੇ ਫਿਲਮਾਂ ਬਣਾਉਣ ਵਾਲਿਆਂ ਦੀ ਜ਼ਿੰਮੇਵਾਰੀ ਬਣਦੀ ਆ। ਜੇਕਰ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਵੀ ਲੋਕ ਜੋ ਪਸੰਦ ਕਰਦੇ ਉਹ ਬਣਾ ਦਿੰਦੇ ਆ, ਫਿਰ ਉਹਨਾਂ ਦੀ ਜ਼ਿੰਮੇਵਾਰੀ ਕੀ ਆ ਬਈ? ਇਹਦਾ ਮਤਲਬ ਉਹ ਗਦਾਰੀ ਕਰ ਰਹੇ ਆ ਲੋਕਾਂ ਨਾਲ, ਲੋਕਾਂ ਨਾਲ ਧੋਖਾ ਕਰ ਰਹੇ ਆ। ਲੋਕ ਕੀ ਚਾਹੁੰਦੇ ਆ ਜਾਂ ਬੱਚਾ ਕੀ ਚਾਹੁੰਦਾ, ਅਸੀਂ ਉਹ ਵੇਖਣਾ ਕਿ ਅਸੀਂ ਇਹ ਵੇਖਣਾ ਵੀ ਬੱਚੇ ਲਈ ਸਹੀ ਕੀ ਆ। ਇੱਕ ਜ਼ਿੰਮੇਵਾਰੀ ਹੁੰਦੀ ਆ ਲਿਖਣਾ, ਇੱਕ ਜ਼ਿੰਮੇਵਾਰੀ ਹੁੰਦੀ ਆ ਲੇਖਕ ਹੋਣਾ, ਇੱਕ ਜ਼ਿੰਮੇਵਾਰੀ ਹੁੰਦੀ ਆ ਗਾਇਕ ਹੋਣਾ, ਇੱਕ ਜ਼ਿੰਮੇਵਾਰੀ ਹੁੰਦੀ ਆ ਤੁਸੀਂ ਜਦੋਂ ਭਾਸ਼ਣ ਕਰਦੇ ਹੋ, ਕੁਝ ਬੋਲਦੇ ਹੋ, ਤੁਸੀਂ ਕਿੰਨੇ ਕੁ ਜ਼ਿੰਮੇਵਾਰ ਹੋ। ਇਹ ਤੁਹਾਡੇ ਤੇ ਤੁਹਾਨੂੰ ਸੋਚਣ ਦੀ ਲੋੜ ਹੈ। ਇਹਦਾ ਮਤਲਬ ਸਾਨੂੰ ਮੰਥਨ ਦੀ ਲੋੜ ਆ ਅਸੀਂ ਕੀ ਪੇਸ਼ ਕਰਨਾ। ਸੋ ਇਸੇ ਤਰ੍ਹਾਂ ਹੀ ਬੱਚਿਆਂ ਲਈ ਬਹੁਤ ਸਾਰੇ ਗੀਤ ਤਿਆਰ ਕਰਦੇ ਹਾਂ ਅਸੀਂ। ਕੋਈ ਭਗਤ ਸਿੰਘ ਦੀ ਲਾਈਫ ਦੇ ਨਾਲ ਰਿਲੇਟ ਹੋਵੇ, ਤੁਸੀਂ ਕੁਝ ਪੇਸ਼ ਕਰਨਾ ਚਾਹੁੰਦੇ ਹੋ ਤਾਂ? ਜੀ ਮੈਂ ਇੱਕ ਗੀਤ ਤੁਹਾਡੇ ਨਾਲ ਸਾਂਝਾ ਕਰਦਾ ਜੀ। ਨਿੱਕੀ ਉਮਰੇ ਫਾਂਸੀ ਚੜ ਗਿਆ, ਢੇਰ ਕਿਤਾਬਾਂ ਦੇ ਜੋ ਪੜ ਗਿਆ, ਲਿਖ ਗਿਆ ਗਹਿਰੀਆਂ ਗੱਲਾਂ, ਸੁਲਝਿਆ ਬੰਦਾ ਲੱਗਦਾ ਏ। ਇਸੇ ਕਰਕੇ ਭਗਤ ਸਿੰਘ ਸਾਨੂੰ ਚੰਗਾ ਲੱਗਦਾ ਏ। ਇਸੇ ਕਰਕੇ ਵਿੱਚ ਅਸੈਂਬਲੀ ਗੀਤ ਆਜ਼ਾਦੀ ਵਾਲਾ ਗਾਇਆ ਸੀ, ਸਾਮਰਾਜ ਦੇ ਕੰਨ ਖੋਲਣ ਨੂੰ ਬੰਬ ਚਲਾਇਆ ਸੀ। ਉਹਦਾ ਹਰ ਇੱਕ ਕੀਤਾ ਕੰਮ ਨਿਹਾਰਾ ਲੱਗਦਾ ਏ। ਇਸੇ ਕਰਕੇ ਭਗਤ ਸਿੰਘ ਸਾਨੂੰ ਪਿਆਰਾ ਲੱਗਦਾ ਏ। ਇਸੇ ਕਰਕੇ ਸਾਡੇ ਗਲੋਂ ਗੁਲਾਮੀ ਦੀਆਂ ਜ਼ੰਜੀਰਾਂ ਤੋੜ ਗਿਆ, ਨਵੇਂ ਵਿਚਾਰਾਂ ਦੇ ਨਾਲ ਸਾਡੀ ਜ਼ਿੰਦਗੀ ਜੋੜ ਗਿਆ। ਮਹਿਕਾਂ ਵੰਡਦੀ ਫੁੱਲਾਂ ਦੀ ਫੁਲਵਾੜੀ ਲੱਗਦਾ ਏ। ਭਗਤ ਸਿੰਘ ਤਾਂ ਸਾਨੂੰ ਸਾਡਾ ਆੜੀ ਲੱਗਦਾ ਏ। ਭਗਤ ਸਿੰਘ ਤਾਂ ਸਾਰੇ ਹੁਣ ਬਰਾਬਰ, ਅਕਸਰ ਇਹ ਗੱਲ ਕਹਿੰਦਾ ਸੀ। ਇਨਕਲਾਬ ਦੇ ਬੀਜ ਦਾ ਚਰਨਾ ਵਹਿੰਦਾ ਸੀ। ਕਿੰਨੀ ਚਮਕ ਫਲਾ ਗਿਆ ਸੋਹਣਾ ਹੀਰਾ ਲੱਗਦਾ ਏ। ਭਗਤ ਸਿੰਘ ਤਾਂ ਸਾਨੂੰ ਸੋਹਣਾ ਵੀਰਾ ਲੱਗਦਾ ਏ। ਭਗਤ ਸਿੰਘ ਤਾਂ ਬਹੁਤ ਖੂਬ। ਸੋ ਇਹ ਸੀ ਜੀ ਪੇਸ਼ਕਸ਼। ਅੱਜ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦਾ ਸ਼ਹਾਦਤ ਦਾ ਦਿਨ ਹੈ, ਫਾਂਸੀ ਦਿੱਤੀ ਗਈ ਸੀ। ਪਰ ਸਵਾਲ ਵੱਡਾ ਇਹੀ ਹੈ ਕਿ ਸ਼ਹੀਦਾਂ ਦੀ ਸੋਚ ਤੇ ਅਸੀਂ ਪਹਿਰਾ ਦੇ ਰਹੇ ਹਾਂ ਕਿ ਰਾਜਨੀਤਿਕ ਪਾਰਟੀਆਂ ਉਹ ਚੀਜ਼ਾਂ ਲੋਕਾਂ ਤੱਕ ਪਹੁੰਚਾ ਪਾਈਆਂ ਨੇ ਜੋ ਸ਼ਹੀਦ ਸੋਚਦੇ ਸੀ ਕਿ ਦੇਸ਼ ਵਾਸਤੇ ਅਸੀਂ ਇਹ ਕੁਝ ਕਰਨਾ ਚਾਹੁੰਦੇ ਹਾਂ। ਤਾਂ ਧੰਨਵਾਦ ਕਰਦੇ ਹਾਂ ਸਾਰੇ ਮਹਿਮਾਨਾਂ ਦਾ, ਸਾਨੂੰ ਸਮਾਂ ਦੇਣ ਦੇ ਲਈ, ਸਾਡੇ ਨਾਲ ਜੁੜਨ ਦੇ ਲਈ। ਔਰ ਆਸ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਇਹ ਪੇਸ਼ਕਸ਼ ਪਸੰਦ ਆਈ ਹੋਵੇਗੀ। ਲਗਾਤਾਰ ਬਣੇ ਰਹੋ ਫਾਸਟ ਪੀ ਨਿਊਜ਼ ਦੇ ਨਾਲ। ਧੰਨਵਾਦ।